ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰਮੁਖ ਜਨੋ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਿੱਖ ਰਹਿਤ ਮਰਿਆਦਾ ਦਾ ਵਿਸ਼ਾ ਸਿੱਖ ਕੰਸਟੀਟਿਊਸ਼ਨ, ਸਿੱਖ ਵਿਧਾਨ, ਸਿੱਖ ਸੱਭਿਆਚਾਰ ਨੂੰ ਪ੍ਰਗਟਾਉਣ ਵਾਲਾ ਡਾਕੂਮੈਂਟ, ਉਸ ਦੀ ਵਿਚਾਰ ਅਸੀਂ ਕਰ ਰਹੇ ਹਾਂ। ਜੀਵਨ ਦੇ 4 ਸੰਸਕਾਰ ਹਨ। 3 ਸੰਸਕਾਰ ਸਾਖੀ ਰਹਿਣੀ ਵਿੱਚ ਦਰਜ ਕੀਤੇ ਗਏ ਹਨ। ਚੌਥਾ ਸੰਸਕਾਰ ਪੰਥਕ ਸੰਸਕਾਰ, ਜਿਹੜਾ ਅੰਮ੍ਰਿਤ ਸੰਸਕਾਰ ਹੈ, ਉਹ ਪੰਥਕ ਰਹਿਣੀ ਵਿੱਚ ਦਰਜ ਕੀਤਾ ਗਿਆ ਹੈ। ਜਨਮ ਤੇ ਨਾਮ ਸੰਸਕਾਰ, ਆਨੰਦ ਸੰਸਕਾਰ, ਮ੍ਰਿਤਕ ਸੰਸਕਾਰ, ਇਹ 3 ਸੰਸਕਾਰ ਜਿਹੜੇ ਹਨ ਸਾਖੀ ਰਹਿਣੀ ਦਾ ਹਿੱਸਾ ਬਣਾਏ ਗਏ ਹਨ। ਤਾਂ ਕੱਲ ਅਸੀਂ ਜਨਮ ਤੇ ਨਾਮ ਸੰਸਕਾਰ ਦੀ ਵਿਚਾਰ ਕੀਤੀ ਸੀ। ਅੱਜ ਅਸੀਂ ਆਨੰਦ ਸੰਸਕਾਰ ਦੇ ਵਿਚਾਰ ਕਰਾਂਗੇ। ਇਹਦੀਆਂ ਮੱਦਾਂ ਨੂੰ ਵਿਚਾਰਨ ਤੋਂ ਪਹਿਲਾਂ ਥੋੜਾ ਜਿਹਾ ਆਨੰਦ ਕਾਰਜ ਦੇ ਇਤਿਹਾਸਕ ਪਿਛੋਕੜ ਨੂੰ ਸਮਝਣਾ ਵੀ ਜ਼ਰੂਰੀ ਹੈ। ਜ਼ਿਆਦਾ ਡਿਟੇਲ ਵਿੱਚ ਜਾਂ ਵਿਆਖਿਆ ਵਿੱਚ ਤਾਂ ਮੈਂ ਨਹੀਂ ਜਾਵਾਂਗਾ, ਕਿਉਂਕਿ ਉਸ ਨੂੰ ਤਾਂ ਬਹੁਤ ਜ਼ਿਆਦਾ ਸਮਾਂ ਲੱਗੇਗਾ। ਲੇਕਿਨ ਕੁਝ ਬੇਸਿਕ ਚੀਜ਼ਾਂ ਜਿਹੜੀਆਂ ਹਨ ਉਹਨਾਂ ਨੂੰ ਸਮਝਣ ਦੀ ਲੋੜ ਹੈ। ਗੁਰਮਤਿ ਮਰਿਆਦਾ ਅਨੁਸਾਰ ਜਾਂ ਗੁਰਮਤਿ ਰਹੁ ਰੀਤੀ ਅਨੁਸਾਰ ਵਿਆਹ ਕਰਨ ਨੂੰ ਆਨੰਦ ਕਾਰਜ ਆਖਦੇ ਹਨ। ਹਰ ਧਰਮ ਦਾ ਆਪੋ ਆਪਣਾ ਸਿਲਸਿਲਾ ਹੈ। ਕੋਈ ਇਹਨੂੰ ਮੈਰਿਜ ਆਖਦਾ, ਕੋਈ ਨਿਕਾਹ ਕਹਿੰਦਾ, ਕੋਈ ਸੋਮਵਾਰ ਆਖਦਾ ਹੈ, ਕੋਈ ਰਿੰਗ ਸੈਰਮਨੀ ਕਰਕੇ ਹੀ ਇਹਨੂੰ ਸੰਪੂਰਨ ਕਰ ਲੈਂਦਾ। ਪਰ ਗੁਰਮਤਿ ਵਿੱਚ ਜੋ ਆਨੰਦ ਵਿਆਹ ਦਾ ਮਰਿਆਦਾ ਹੈ, ਉਹਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਗਿਆ ਹੈ। ਅੱਗ ਦੇ ਦੁਆਲੇ ਫੇਰੇ ਲੈ ਕੇ ਹਿੰਦੂ ਰੀਤੀ ਦਾ ਗੁਰੂ ਨਾਨਕ ਪਾਤਸ਼ਾਹ ਨੇ ਦੇ ਸਿਧਾਂਤ ਵਿੱਚ ਕੋਈ ਅਸਥਾਨ ਨਹੀਂ, ਜਾਂ ਜਿਹਨੂੰ ਬੇਦੀ ਦਾ ਲਾਵਾ ਅਸੀਂ ਕਹਿ ਲੈਂਦੇ ਹਾਂ, ਉਹ ਸਿੱਖੀ ਧਰਮ ਵਿੱਚ ਉਹਦੀ ਕੋਈ ਜਗ੍ਹਾ ਨਹੀਂ। ਹਾਂ, ਹਿੰਦੂਇਜ਼ਮ ਦਾ ਉਹ ਮਰਿਆਦਾ ਹੈ, ਉਹ ਆਪਣੀ ਮਰਿਆਦਾ ਨਿਭਾਉਂਦੇ ਹਨ, ਉਹਦੇ ਤੇ ਕਿਸੇ ਨੂੰ ਕੋਈ ਆਬਜੈਕਸ਼ਨ ਜਾਂ ਇਤਰਾਜ਼ ਨਹੀਂ। ਪਰ ਸਿੱਖ ਦਾ ਵਿਆਹ ਉਹ ਉਸ ਰੀਤੀ ਨਾਲ ਨਹੀਂ ਹੋ ਸਕਦਾ, ਕਿਉਂਕਿ ਗੁਰ ਹੁਕਮ ਦੇ ਅਨੁਸਾਰ ਹੀ ਸਿੱਖ ਨੂੰ ਤੱਤ ਅਤੇ ਬੁੱਤ ਦੀ ਉਪਾਸਨਾ ਕਰਨੀ ਮੁੱਢੋਂ ਹੀ ਮਨਾ ਕੀਤੀ ਗਈ ਹੈ। ਵੀ ਜੋ ਬੁੱਤ ਹੈ ਜਾਂ ਕੋਈ ਹੋਰ ਉਹਦੀ ਕੁਦਰਤ ਹੈ, ਦੂਜੇ ਲਫ਼ਜ਼ਾਂ 'ਚ ਅਸੀਂ ਇਹ ਕਹਿ ਲਈਏ ਕਾਦਰ ਦੀ ਬਣਾਈ ਹੋਈ ਕੁਦਰਤ ਹੈ, ਉਹਦੀ ਉਪਾਸਨਾ ਕਰਨ ਦੇ ਉੱਤੇ ਪਾਬੰਦੀ ਹੈ, ਬੰਦਗੀ ਕਰਨ ਦੇ ਉੱਤੇ ਪਾਬੰਦੀ, ਉਹਨੂੰ ਪੂਜਣ ਤੇ ਪਾਬੰਦੀ ਹੈ। ਤਾਂ ਇਸੇ ਆਧਾਰ ਦੇ ਉੱਤੇ ਹੀ ਜਿਹੜੇ ਕੁਝ ਵਿਦਵਾਨ ਹਨ ਉਹਨਾਂ ਨੇ ਵੀ ਇਹ ਮੱਤ ਦਿੱਤਾ ਹੈ। ਔਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੀਵਨੀ ਦੀ ਵਿਚਾਰ ਇਸ ਕਲਾਸ ਵਿੱਚ ਕੀਤੀ ਸੀ, ਉਹਨਾਂ ਨੇ ਵੀ ਉਦਾਹਰਨਾਂ ਦਿੱਤੀਆਂ ਸਨ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਹੜੇ ਫੇਰੇ ਬੇਦੀ ਦੇ ਨਹੀਂ ਲਏ ਸਨ, ਸਗੋਂ ਮੂਲ ਮੰਤਰ ਦਾ ਪਾਠ ਕਰਕੇ ਉਹ ਫੇਰੇ ਜਿਹੜੇ ਸਨ ਲਏ ਸਨ, ਜਾਂ ਇਹ ਕਹਿ ਲਓ ਵੀ ਮੂਲ ਮੰਤਰ ਦੇ ਦੁਆਲੇ ਫੇਰੇ ਲਏ ਸਨ, ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਇਸ ਦਾ ਮਤਲਬ ਇਹ ਹੈ, ਨਾਨਕ ਨਿਰਮਲ ਪੰਥ ਚਲਾਇਆ ਦੀ ਜਿਹੜੀ ਪਰੰਪਰਾ, ਜੋ ਮਰਿਆਦਾ ਸੀ, ਉਹ ਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਜਨੇਊ ਨਾ ਪਾਉਣ ਤੋਂ, ਅਸਲ ਵਿੱਚ ਜਨੇਊ ਨਾ ਪਾਉਣ ਤੋਂ ਇਨਕਾਰ ਨਹੀਂ ਸੀ, ਅਸਲ 'ਚ ਉਹ ਚੱਲ ਰਹੀਆਂ ਪਰੰਪਰਾਵਾਂ ਤੇ ਉਹਨਾਂ ਤੇ ਕਰਾਰੀ ਸੱਟ ਸੀ, ਜਿਨ੍ਹਾਂ ਦੇ ਉੱਤੇ ਬ੍ਰਾਹਮਣ ਆਪਣਾ ਅਧਿਕਾਰ ਸਮਝਦਾ ਸੀ ਜਾਂ ਧਰਮ ਦਾ ਆਗੂ ਆਪਣਾ ਅਧਿਕਾਰ ਸਮਝਦਾ ਸੀ।
ਜਾਂ ਜਿਹੜਾ ਜ਼ਬਰਦਸਤੀ ਹੀ ਪਾ ਦਿੱਤਾ ਜਾਂਦਾ ਸੀ, ਮਰਜ਼ੀ ਦੇ ਖਿਲਾਫ ਵੀ ਜਿਹਨੂੰ ਪਾਇਆ ਜਾਂਦਾ ਸੀ। ਇਹਦੀ ਵਿਚਾਰ ਅਸੀਂ ਪਹਿਲਾਂ ਕਰ ਚੁੱਕੇ ਹਾਂ। ਇਸੇ ਤਰ੍ਹਾਂ ਹੀ ਜਦੋਂ ਫਿਰ ਵਿਆਹ ਕਾਰੇ ਦਾ ਸਮਾਂ ਆਇਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਚੱਲ ਰਹੀ ਰੀਤੀਆਂ ਮੁਤਾਬਕ ਬੇਦੀ ਦੇ ਫੇਰੇ ਨਹੀਂ ਲਏ। ਇਹ ਇਤਿਹਾਸ ਵਿੱਚ ਮਿਲਦਾ ਹੈ ਕਿ ਮੂਲ ਮੰਤਰ ਦਾ ਜਿਹੜਾ ਸਰੂਪ ਸੀ ਉਹਦੇ ਦੁਆਲੇ ਫੇਰੇ ਗੁਰੂ ਪਾਤਸ਼ਾਹ ਜੀ ਨੇ ਲਏ ਸਨ। ਆਨੰਦ ਕਾਰਜ ਦੀ ਜਿਹੜੀ ਮਰਿਆਦਾ ਆਉਂਦੀ ਹੈ ਉਹ ਜਿੱਥੋਂ ਤੱਕ ਪੰਥ ਨੇ ਪਾਸ ਕੀਤਾ ਉਹ ਸੂਹੀ ਰਾਗ ਦੇ 4 ਸ਼ਬਦਾਂ ਜਿਹੜਾ ਸ਼ਬਦ ਹੈ ਜਿਹਦੇ 4 ਅੰਕ ਹਨ। ਗੁਰੂ ਰਾਮਦਾਸ ਮਹਾਰਾਜ ਉਚਾਰਨ ਕੀਤੇ ਹਨ, ਪਰ ਇਤਿਹਾਸਕ ਸਰੋਤ ਇਹ ਦੱਸਦੇ ਹਨ ਕਿ ਸ਼ਬਦ ਦੋਏ ਪੋਥੀ ਦੁਆਲੇ ਫੇਰੇ ਲੈਣ ਦਾ ਜੋ ਪਰੰਪਰਾ ਸੀ ਉਹ ਗੁਰੂ ਅਮਰਦਾਸ ਮਹਾਰਾਜ ਤੋਂ ਹੀ ਆਰੰਭ ਹੋ ਗਈ ਸੀ। ਜਿਹੜੀ ਪੋਥੀ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਦਿੱਤੀ, ਪਰ ਗੁਰੂ ਅੰਗਦ ਦੇਵ ਮਹਾਰਾਜ ਨੇ ਜਿੱਥੇ ਅਨੇਕਾਂ ਹੋਰ ਸਮਾਜ ਸੁਧਾਰ ਕੀਤੇ, ਸਤੀ ਦੀ ਰਸਮ, ਘੁੰਡ ਕੱਢਣ ਦੀ ਮਰਿਆਦਾ, ਜਾਤ ਪਾਤ ਨੂੰ ਹਟਾਉਣ ਲਈ ਬੌਲੀ ਦੀ ਰਚਨਾ, ਜਿੱਥੇ ਹੋਰ ਸਮਾਜ ਸੁਧਾਰ ਕੀਤੇ, ਲੰਗਰ ਤੇ ਪੰਗਤ ਦਾ ਵਿਧਾਨ, ਇਹਦੇ ਨਾਲ ਨਾਲ ਉਹਨਾਂ ਨੇ ਆਨੰਦ ਕਾਰਜ ਦੀ ਜਿਹੜੀ ਚੱਲ ਰਹੀ ਮਰਿਆਦਾ ਸੀ ਜਾਂ ਇਸ ਸਮਾਜ ਦੇ ਵਿੱਚ ਸੀ ਉਹਨੂੰ ਹਟਾ ਕੇ, ਇਹ ਵਿਆਹ ਦੀ ਚੱਲ ਰਹੀ ਮਰਿਆਦਾ ਨੂੰ ਹਟਾ ਕੇ ਆਨੰਦ ਰੀਤੀ ਦਾ ਜਿਹੜਾ ਸੀ, ਇਹ ਇਤਿਹਾਸਕ ਸਰੋਤਾਂ ਤੋਂ ਇਹ ਗੱਲ ਮਿਲਦੀ ਹੈ, ਆਰੰਭ ਕੀਤੀ। 19ਵੀਂ ਸਦੀ ਦੇ ਵਿੱਚ ਬਾਬਾ ਦਿਆਲ ਜੀ ਦਾ ਆਨੰਦ ਰੀਤੀ ਪ੍ਰਚਲਿਤ ਨਾਲ ਇੱਕ ਬੜਾ ਹੀ ਮਹੱਤਵਪੂਰਨ ਯੋਗਦਾਨ ਹੈ ਜੋ ਉਹਨਾਂ ਨੇ 19ਵੀਂ ਸਦੀ ਦੇ ਵਿੱਚ ਆਨੰਦ ਕਾਰਜ ਬਾਬਾ ਦਿਆਲ ਜੀ ਦਾ ਜਿਹੜਾ ਆਉਂਦਾ ਹੈ, ਜਿਨ੍ਹਾਂ ਨੇ ਸਿੱਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਥਾਨ ਤੋਂ, ਜਿਨ੍ਹਾਂ ਨੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਨਾਲ ਜੋੜਿਆ ਔਰ ਗੁਰੂ ਨਾਨਕ ਦੇਵ ਮਹਾਰਾਜ ਦੀ ਨਿਆਰੇ ਪੰਥ ਦੀ ਮਹੱਤਤਾ ਨੂੰ ਵੀ ਦਰਸਾਇਆ। ਉਹਨਾਂ ਦੇ ਅੱਗੋਂ ਉੱਤਰਾਧਿਕਾਰੀ ਜਿਹੜੇ ਸੀ ਬਾਬਾ ਦਰਬਾਰਾ ਸਿੰਘ ਜੀ, ਉਹਨਾਂ ਦੀ ਪ੍ਰੇਰਨਾ ਦੇ ਨਾਲ ਵੀ ਅਨੇਕਾਂ ਗੁਰਸਿੱਖ ਜੋੜਿਆਂ ਦੇ ਵਿਆਹ ਆਨੰਦ ਰੀਤੀ ਨਾਲ ਹੋਏ ਮਿਲਦੇ ਹਨ। ਫਿਰ ਸਿੰਘ ਸਭਾ ਲਹਿਰ ਦਾ ਪ੍ਰਭਾਵ ਜਦੋਂ ਹੋਇਆ ਤਾਂ ਟਿੱਕਾ ਰਬਦੁਮਨ ਸਿੰਘ ਦੇ ਯਤਨ ਵੀ ਬਹੁਤ ਸ਼ਲਾਘਾਯੋਗ ਇਹਦੇ ਵੱਲ ਹਨ। ਟਿੱਕਾ ਰਬਦੁਮਨ ਸਿੰਘ ਜੋ ਨਾਭਾ ਰਿਆਸਤਾਂ ਦੇ ਰਾਜੇ ਵਾਰਸ ਬਣੇ, ਜਿਨ੍ਹਾਂ ਨੇ ਸਮੇਂ ਦੀ ਲੋੜ ਨੂੰ ਪਛਾਣਦਿਆਂ ਹੋਇਆ ਆਨੰਦ ਕਾਰਜ ਨੂੰ ਕਾਨੂੰਨੀ ਰੂਪ ਦਿਵਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਸੀ ਉਹ ਕੀਤੀਆਂ ਤੇ ਉਹਨਾਂ ਦੀ ਕੋਸ਼ਿਸ਼ ਸਦਕਾ ਭਾਵੇਂ ਘਰੋਂ ਵੀ ਘਰੇਲੂ ਵਿਰੋਧ ਵੀ ਉਹਨਾਂ ਨੂੰ ਝੱਲਣਾ ਪਿਆ, ਪਰ ਉਹਨਾਂ ਨੇ ਘਰੇਲੂ ਵਿਰੋਧ ਦਾ ਸਾਹਮਣਾ ਕਰਕੇ ਵੀ 22 ਅਕਤੂਬਰ 1909 ਈਸਵੀ ਨੂੰ ਅੰਗਰੇਜ਼ ਸਰਕਾਰ ਪਾਸੋਂ ਆਨੰਦ ਮੈਰਿਜ ਐਕਟ ਪਾਸ ਕਰਵਾ ਲਿਆ। 22 ਅਕਤੂਬਰ 1909 1909 22 ਅਕਤੂਬਰ 1909 ਉਹਨਾਂ ਨੇ ਆਪਣੇ ਰਸੂਖ ਨਾਲ ਜਾਂ ਆਪਣੇ ਜ਼ੋਰ ਨਾਲ ਇਹ ਜਿਹੜਾ ਆਨੰਦ ਮੈਰਿਜ ਐਕਟ ਸੀ ਇਹ 22 ਅਕਤੂਬਰ 1909 ਨੂੰ ਅੰਗਰੇਜ਼ਾਂ ਵੱਲੋਂ ਪਾਸ ਕੀਤਾ ਗਿਆ, ਜੋ ਨਿਆਰੇ ਪੰਥ ਦੀ ਨਿਆਰੀ ਚਾਲ ਲਈ ਸਮੇਂ ਅਨੁਸਾਰ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਸੀ ਜਾਂ ਮਹੱਤਵਪੂਰਨ ਪ੍ਰਾਪਤੀ ਸੀ। ਕਾਨੂੰਨੀ ਰੂਪ ਪ੍ਰਾਪਤ ਹੋਣ ਤੋਂ ਬਾਅਦ ਸਿੱਖਾਂ ਵਿੱਚ ਆਨੰਦ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰਨਾ ਬਹੁਤ ਤੇਜ਼ੀ ਦੇ ਨਾਲ ਪ੍ਰਚਲਿਤ ਹੋਇਆ। ਤਾਂ ਅੱਜ ਸਿੱਖ ਬੱਚਿਆਂ ਦੇ ਆਨੰਦ ਕਾਰਜ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੋਣ ਦਾ ਹੀ ਵਿਧਾਨ ਹੈ। ਆਨੰਦ ਕਾਰਜ ਸੁਤੰਤਰ ਮਰਿਆਦਾ ਹੋਣ ਦੇ ਬਾਵਜੂਦ ਵੀ ਭਾਰਤੀ ਸੰਵਿਧਾਨ ਅਨੁਸਾਰ ਇਸ ਨੂੰ 1950 ਈਸਵੀ ਦੇ ਤੋਂ ਬਾਅਦ ਲਗਭਗ ਇਹਨੂੰ ਅਸੀਂ ਮੰਨੀਏ ਤਾਂ 1954 ਜਾਂ ਕੋਈ ਹੋਰ ਇਹਦਾ ਸੰਨ ਬਣਦਾ ਹੈ। ਮੈਂ ਉਹਦੀ ਵੀ ਜ਼ਿਕਰ ਹੁਣੇ ਦੇਖ ਕੇ ਕਰਾਂਗਾ ਜ਼ਰੂਰ, ਕਿਉਂਕਿ ਮੈਂ ਉਹਦਾ ਕਿਹੜਾ ਸੰਨ ਹੈ ਉਹਦੇ 'ਚ ਹਿੰਦੂ ਮੈਰਿਜ ਐਕਟ ਦੇ ਵਿੱਚ ਇਹਨੂੰ ਰਜਿਸਟਰ ਕੀਤਾ ਗਿਆ। ਅੱਜ ਸਿੱਖ ਆਗੂਆਂ ਦੀ ਜਿਹੜੀ ਜੱਦੋ-ਜਹਿਦ ਕਰਨ ਦੀ ਲੋੜ ਹੈ ਤੇ ਸੰਵਿਧਾਨ ਦੀ ਧਾਰਾ ਵਿੱਚ ਸੋਧ ਕਰਵਾਉਣ ਦੀ ਲੋੜ ਹੈ। ਹਾਲੇ ਵੀ ਸਿੱਖ ਮੈਰਿਜ ਐਕਟ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੀ। ਹਾਲੇ ਇਹ ਕਿਹਾ ਜਾਂਦਾ ਹੈ ਕਿ ਸਿੱਖ ਮੈਰਿਜ ਐਕਟ ਜਿਹੜਾ ਹੈ ਉਹ ਸਿੱਖਾਂ ਦੇ ਵਿਆਹ ਵਿੱਚ ਦਰਜ ਹੋ ਸਕਦੇ ਹਨ, ਪਰ ਕਾਨੂੰਨੀ ਮਾਨਤਾ ਜਿਹੜੀ ਹੈ ਉਹ ਅਜੇ ਤੱਕ ਵੀ ਨਹੀਂ ਮਿਲੀ। ਤੋ ਇੱਥੇ ਤੱਕ ਇੰਨੀ ਗੱਲ ਸਾਨੂੰ ਜਿਹੜੀ ਸਮਝ ਹੋਣੀ ਚਾਹੀਦੀ ਹੈ। ਥੋੜਾ ਜਿਹਾ ਹੋਰ ਦੇਖ ਲਈਏ ਕਿ ਸਿੱਖ ਦੀ ਸ਼ਖਸੀਅਤ ਨੂੰ ਸੰਪੂਰਨਤਾ ਬਖਸ਼ਣ ਦੇ ਲਈ ਰਹਿਤ ਮਰਿਆਦਾ ਦੀ ਸ਼ਖਸੀ ਰਹਿਣੀ ਵਿੱਚ ਇਹ ਆਨੰਦ ਸੰਸਕਾਰ ਜਿਹੜਾ ਹੈ ਉਹਨੂੰ ਸ਼ਾਮਿਲ ਕੀਤਾ ਗਿਆ। ਆਨੰਦ ਸੰਸਕਾਰ ਹੈ
ਦੇਖੋ, ਦੋ ਸੰਸਕਾਰ ਸਾਡੇ ਵਸ ਵਿੱਚ ਨਹੀਂ ਹਨ, ਜਨਮ ਸੰਸਕਾਰ ਤੇ ਮਰਤਕ ਸੰਸਕਾਰ। ਨਾ ਜਨਮ ਸਾਡੇ ਹੱਥ ਵਿੱਚ ਹੈ, ਨਾ ਮੌਤ ਸਾਡੇ ਹੱਥ ਵਿੱਚ ਹੈ। ਪਰ ਇੱਕ ਅਨੰਤ ਸੰਸਕਾਰ ਐਸਾ ਹੈ ਜਿਹੜਾ ਅਸੀਂ ਆਪ ਨਿਯਤ ਕਰਦੇ ਹਾਂ, ਭਾਵੇਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੁੰਦਾ ਹੈ, ਪਰ ਇਹ ਨਿਯਤ ਕਰਨ ਦੀ ਡੇਟ ਮਿਤੀ ਸਾਨੂੰ ਪਤਾ ਹੁੰਦੀ ਹੈ। ਜਨਮ ਦਾ ਪਤਾ ਨਹੀਂ ਕਦੋਂ ਹੋਇਆ, ਜਨਮ ਦਿਨ ਤਾਂ ਅਸੀਂ ਉਦੋਂ ਮਨਾ ਲੈਂਦੇ ਹਾਂ ਜਦੋਂ ਬੱਚਾ ਸੰਸਾਰ 'ਚ ਆਇਆ, ਪਰ ਬੱਚੇ ਦਾ ਜਨਮ ਤਾਂ ਉਦੋਂ ਹੋ ਗਿਆ ਜਦੋਂ ਪ੍ਰਮਾਤਮਾ ਨੇ ਆਪਣੀ ਜੋਤ ਉਹਦੇ 'ਚ ਰੱਖ ਦਿੱਤੀ। ਅਸਲ ਵਿੱਚ ਜਨਮ ਉਦੋਂ ਹੋ ਜਾਂਦਾ ਹੈ। ਉਹ ਕਦੋਂ ਹੋਇਆ ਇਹ ਕਿਸੇ ਨੂੰ ਅਜੇ ਤੱਕ ਪਤਾ ਨਹੀਂ ਲੱਗਾ। ਕਿਸ ਟਾਈਮ, ਕਈ ਘੜੀ, ਕੀ ਪਲ ਸੀ, ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਹ ਪਰਮੇਸ਼ਰ ਦੀ ਖੇਡ ਹੈ, ਲੀਲਾ ਹੈ ਕਿ ਉਹ ਜਦੋਂ ਜੋਤ ਟਿਕਾਉਂਦਾ ਉਦੋਂ ਇਨਸਾਨ, ਬੱਚੇ ਦਾ ਜਨਮ ਉੱਥੇ ਹੋ ਜਾਂਦਾ ਹੈ। ਇਸ ਕਰਕੇ ਜਨਮ ਵੀ ਸਾਡੇ ਹੱਥ ਵਿੱਚ ਨਹੀਂ, ਉਹਨੇ ਕਦੋਂ ਟਿਕਾਉਣੀ ਹੈ। ਜਦੋਂ ਅਸੀਂ ਕਹਿੰਦੇ ਹਾਂ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਨੂੰ ਵਜਾਇਆ, ਵਜਾਇਆ ਵਾਜਾ ਪਾਉ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਰੂਪ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ। ਉਹ ਵਿਰਲੇ ਹਨ ਜਿਨ੍ਹਾਂ ਨੂੰ ਇਹ ਗੱਲ ਥੋੜੀ ਬਹੁਤ ਸਮਝ ਆਉਂਦੀ ਹੈ। ਇੱਥੇ ਗੱਲ ਸਪਸ਼ਟ ਹੁੰਦੀ ਹੈ ਕਿ ਜਨਮ ਦਾ ਸਾਡੇ ਹੱਥ ਵਿੱਚ ਨਹੀਂ ਹੈ। ਜੇ ਸਾਡੇ ਹੱਥ ਵਿੱਚ ਹੁੰਦਾ, ਅਨੇਕਾਂ ਹੀ ਗ੍ਰਿਸ਼ਤੀ ਜੋੜੇ ਐਸੇ ਹਨ ਜਿਨ੍ਹਾਂ ਨੂੰ ਰੱਬ ਨੇ ਔਲਾਦ ਨਹੀਂ ਦਿੱਤੀ, ਔਰ ਉਹ IVF ਹੋਰ ਟੈਕਨੀਕਸ ਵੀ ਉਹਨਾਂ ਦੀਆਂ ਫੇਲ ਹੋ ਗਈਆਂ। ਉਹਨਾਂ ਦੇ ਵਰਤਣ ਦੇ ਬਾਵਜੂਦ ਵੀ ਉਹਨਾਂ ਨੂੰ ਔਲਾਦ ਦੀ ਪ੍ਰਾਪਤੀ ਨਹੀਂ, ਜੇ ਜਨਮ ਸਾਡੇ ਹੱਥ ਵਿੱਚ ਹੁੰਦਾ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਬਾਣੀ ਕਹਿੰਦੀ ਹੈ, ਜੰਮਨ ਮਰਨਾ ਹੁਕਮ ਹੈ, ਭਾਣਾ ਆਵੇ ਜਾਏ। ਇਹ ਹੁਕਮ ਵਿੱਚ ਹੀ ਜੀਵ ਆਉਂਦਾ ਹੈ ਤੇ ਹੁਕਮ ਵਿੱਚ ਹੀ ਜੀਵ ਜਾਂਦਾ ਹੈ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਜਾਂ ਤਿਸ ਭਾਣਾ, ਜਦੋਂ ਉਹਨੂੰ ਭਾ ਗਿਆ, ਹੁਕਮ ਹੋ ਗਿਆ ਉਹਦਾ, ਤਾਂ ਜੰਮਿਆ ਜੀ, ਆਪਣੀ ਮਰਜ਼ੀ ਨਾਲ ਨਹੀਂ ਜੰਮਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਇਹਦਾ ਮਤਲਬ ਜਨਮ ਸਾਡੇ ਹੱਥ ਵਿੱਚ ਨਹੀਂ ਹੈ ਤੇ ਨਾ ਹੀ ਮੌਤ ਸਾਡੇ ਹੱਥ ਵਿੱਚ ਹੈ। ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ, ਮਲਕ ਜਕਰਨੀ ਸੁਣੀਦਾ ਮੂੰਹ ਦਿਖਾਲੇ ਆਏ। ਜਿਹੜਾ ਜੀਵ ਮਰਨ ਲਿਖਾਏ ਮੰਡਲ ਮੈਂ ਆਏ ਦੀ ਅਸੀਂ ਆਮ ਹੀ ਗੱਲ ਕਰਦੇ ਹਾਂ। ਤੇ ਇਹਦੇ 'ਚ ਇਹ ਵੀ ਪਤਾ ਵੀ ਸੰਸਾਰ 'ਚ ਕਿਸੇ ਨੇ ਰਹਿਣਾ ਨਹੀਂ। ਜੋਗੀ ਜਤੀ ਤਪੀ ਸੰਨਿਆਸੀ, ਉਹ ਤੀਰਥ ਭਰਨਾ, ਲੁੰਜਤ ਮੁੰਜਤ ਮੌਨ ਜਟਾ ਧਾਰ, ਅੰਤ ਤੋਂ ਮਰਨਾ। ਉਹਨਾਂ ਨੇ ਮਰ ਜਾਣਾ, ਪਤਾ ਨਹੀਂ ਕਦੋਂ ਮਰ ਜਾਣਾ, ਇਸ ਗੱਲ ਦਾ ਕੋਈ ਗਿਆਤ ਨਹੀਂ ਹੈ। ਇਸੇ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਹਰ ਜਪਦਿਆਂ ਕਹਿੰਦੇ ਢੇਲਣਾ ਕੀਰਤਨ ਮੇਰੀ ਡਿੰਦੜੀਏ, ਮੱਥ ਕੇ ਜਾਪੇ ਸਾ ਆਵੇ ਕਿ ਨਾ ਆਵੇ ਨਾ। ਬਸ ਇੰਨਾ ਕੁ ਭਰੋਸਾ ਹੈ, ਹਮ ਆਦਮੀ ਹੈ ਇੱਕਦਮੀ ਦੀ ਗੱਲ। ਇੱਕ ਦਮ ਆ ਗਿਆ ਤਾਂ ਅਸੀਂ ਆਦਮੀ ਹੈ, ਦਮ ਨਹੀਂ ਆਇਆ ਤਾਂ ਅਸੀਂ ਮੁਰਦੇ ਹਾਂ। ਬਸ ਇਹੋ ਹੀ ਕਹਾਣੀ ਸਾਡੀ ਹੈ। ਤਾਂ ਦੋ ਚੀਜ਼ਾਂ ਦੀ ਕਲੈਰਿਟੀ ਹੋ ਗਈ ਵੀ ਜਨਮ ਸਾਡੇ ਹੱਥ ਵਿੱਚ ਨਹੀਂ, ਮੌਤ ਸਾਡੇ ਹੱਥ ਵਿੱਚ ਨਹੀਂ। ਪਰ ਆਨੰਦ ਸੰਸਕਾਰ ਜਿਹੜਾ ਹੈ, ਜਿਸ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ, ਹਾਲਾਂਕਿ ਸੰਜੋਗ ਪ੍ਰਮਾਤਮਾ ਦੇ ਲਿਖੇ ਹੁੰਦੇ ਹਨ, ਪਰ ਪੂਰਾ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਅਧਿਕਾਰ ਸਿੱਖ ਦੇ ਕੋਲ ਹੈ। ਉਹਨੂੰ ਪੂਰਾ ਕਰਨ ਦੀ, ਨਿਭਾਉਣ ਦੀ ਜ਼ਿੰਮੇਵਾਰੀ ਸਿੱਖ ਦੇ ਕੋਲ ਹੈ। ਸਿੱਖੀ ਜੀਵਨ, ਸੁਖੀ ਜੀਵਨ, ਇਹ ਗੁਰਮਤਿ ਦਾ ਇੱਕ ਤੱਤ ਹੈ। ਆਨੰਦ ਸੰਸਕਾਰ ਸਾਦਗੀ ਤੇ ਬਿਨਾਂ ਕਰਮ ਕਾਂਡ ਦੇ ਗੁਰੂ ਦੀ ਅਸੀਸ ਨਾਲ ਗ੍ਰਸਤ ਵਿੱਚ ਪ੍ਰਵੇਸ਼ ਕਰਨ ਦੀ ਇੱਕ ਧਾਰਮਿਕ ਮਰਿਆਦਾ ਹੈ। ਫਿਰ ਬੇਨਤੀ ਕਰਦੇ ਹਾਂ, ਆਨੰਦ ਸੰਸਕਾਰ ਸਾਦਗੀ ਅਤੇ ਬਿਨਾਂ ਕਰਮ ਕਾਂਡ ਦੇ ਗੁਰੂ ਦੀ ਬਖਸ਼ਿਸ਼ ਨਾਲ ਗ੍ਰਸਤ ਵਿੱਚ ਪ੍ਰਵੇਸ਼ ਕਰਨ ਦੀ ਇੱਕ ਧਾਰਮਿਕ ਮਰਿਆਦਾ ਹੈ। ਜੇਕਰ ਇਸ ਨੂੰ ਸੱਚਮੁੱਚ ਗੁਰਮਤਿ ਦੇ ਅਸੂਲਾਂ ਮੁਤਾਬਕ ਨਿਭਾਇਆ ਜਾਏ ਤਾਂ ਯਕੀਨਨ ਤੌਰ ਤੇ ਵਿਸ਼ਵਾਸ ਨਾਲ ਇਹ ਮੈਂ ਗੱਲ ਕਹਿ ਸਕਦਾ ਹਾਂ ਕਿ ਸਿੱਖੀ ਜੀਵਨ ਹਮੇਸ਼ਾ ਹੀ ਸੁਖੀ ਹੋ ਕੇ ਹੀ ਵਿਚਰੇਗਾ, ਔਰ ਸਿੱਖ ਦਾ ਜੀਵਨ ਕਦੀ ਦੁਖਦਾਈ ਨਹੀਂ ਹੋ ਸਕਦਾ। ਦੁੱਖ ਕਦੋਂ ਆਉਂਦੇ ਨੇ? ਜਦੋਂ ਅਸੀਂ ਗੁਰਮਤਿ ਦੀ ਮਰਿਆਦਾ ਦੇ ਉਲਟ ਤੁਰਦੇ ਹਾਂ, ਮਰਿਆਦਾ ਨਿਭਾਉਂਦੇ ਨਹੀਂ, ਜਿਹਦੇ ਕਰਕੇ ਅੱਜ ਸਾਡੇ ਰਿਸ਼ਤੇ ਦੇ ਪਰਿਵਾਰਾਂ ਵਿੱਚ ਤੜਾ ਹੋਈ ਪਈ ਹੈ, ਤੜਕ ਕਰਕੇ ਰਿਸ਼ਤੇ ਟੁੱਟ ਰਹੇ ਨੇ। ਇਹ ਗੱਲ ਕੋਈ ਬਹੁਤ ਵਧੀਆ ਨਹੀਂ ਹੈ ਕਿ ਸਿੱਖ ਪਰਿਵਾਰਾਂ ਦੇ ਰਿਸ਼ਤਿਆਂ ਨੂੰ ਇਸ ਤਰ੍ਹਾਂ ਟੁੱਟ ਜਾਣਾ ਕੋਈ ਵਧੀਆ ਗੱਲ ਨਹੀਂ ਹੈ। ਕਾਰਨ ਇੱਕੋ ਹੀ ਹੈ ਕਿ ਅਸੀਂ ਇਹ ਲਾਵਾਂ ਨੂੰ ਇੱਕ ਫਾਰਮੈਲਿਟੀ
ਸਿਰਫ ਇੱਕ ਦਿਖਾਵੇ ਦਾ ਸਾਧਨ, ਇੱਕ ਰਸਮ ਬਣਾ ਦਿੱਤਾ ਹੈ, ਮਰਿਆਦਾ ਨੂੰ ਛੱਡ ਦਿੱਤਾ ਹੈ। ਜੇ ਮਰਿਆਦਾ ਦੇ ਤੌਰ ਤੇ ਅਸੀਂ ਇਹਨੂੰ ਚਲਾਉਂਦੇ ਤਾਂ ਫਿਰ ਇਹਦੇ ਵਿੱਚੋਂ ਆਨੰਦ ਆਉਣਾ। ਹੁਣ ਆਨੰਦ ਕਿਉਂ ਨਹੀਂ ਆਉਂਦਾ? ਕਿਉਂਕਿ ਅਸੀਂ ਗੁਰੂ ਦੀ ਸ਼ਰਨ ਵਿੱਚ, ਗੁਰੂ ਦੇ ਭਰੋਸਾ ਰੱਖ ਕੇ ਕਾਰਜ ਨਹੀਂ ਕੀਤਾ। ਆਨੰਦ ਸਾਹਿਬ ਕੋ ਕਹੇ ਆਨੰਦ ਗੁਰੂ ਤੇ ਜਾਣੇ। ਆਨੰਦ ਤਾਂ ਗੁਰੂ ਨੇ ਦੇਣਾ, ਆਨੰਦ ਦਾ ਦਾਤਾ ਗੁਰੂ ਹੈ। ਤੇ ਜੇ ਗੁਰੂ ਤੇ ਭਰੋਸਾ ਜਾਂ ਵਿਸ਼ਵਾਸ ਰੱਖ ਕੇ ਅਸੀਂ ਇਹ ਕਾਰਜ ਨਹੀਂ ਕੀਤਾ ਤਾਂ ਫਿਰ ਆਨੰਦ ਕਿੱਥੋਂ? ਆਨੰਦ ਆਏਗਾ ਹੀ ਨਹੀਂ। ਭਾਈ ਗੁਰਦਾਸ ਜੀ ਦਾ ਇੱਕ ਕਵਿਤ ਆਉਂਦਾ ਜਿਹਦੇ ਚੋਂ ਲਿਖਦੇ ਨੇ, ਸਤਿਗੁਰ ਸਿੱਖਣ ਕੋ ਰਾਖਤ ਗ੍ਰਸਤ ਮੈਂ ਸਾਵਧਾਨ। ਸਤਿਗੁਰ ਸਿੱਖਣ ਕੋ ਰਾਖਤ ਗ੍ਰਸਤ ਮੈਂ ਸਾਵਧਾਨ, ਆਨ ਦੇਵ ਸੇਵ ਭਾਉ ਦੁਬਦਾ ਨਿਵਾਰ। ਵੀ ਸਤਿਗੁਰੂ ਗੁਰੂ ਪਾਤਸ਼ਾਹ ਗੁਰੂ ਸਾਹਿਬ ਜੀ ਸਿੱਖਾਂ ਨੂੰ ਗ੍ਰਸਤ ਵਿੱਚ ਬੜੇ ਸਾਵਧਾਨਤਾ ਦੀ ਗੱਲ ਸਮਝਾਉਂਦੇ ਹਨ ਅਤੇ ਬਾਕੀ ਜਿਹੜੇ ਹੋਰ ਮਰਿਆਦਾ ਜਾਂ ਹੋਰ ਪਰੰਪਰਾ ਹਨ ਉਹਦੀਆਂ ਦੁਬਦਾ ਨੂੰ ਦੂਰ ਕਰ ਦਿੰਦੇ ਹਨ। ਇਹ ਭਾਈ ਗੁਰਦਾਸ ਦਾ ਕਵਿਤ ਨੰਬਰ 480 ਹੈ, ਜਿੱਥੇ ਇਹ ਪੰਕਤੀ ਮਿਲਦੀ ਹੈ। ਤੋ ਆਨੰਦ ਸੰਸਕਾਰ ਦੇ ਵਿੱਚ ਕੁੱਲ ਊੜਾ ਤੋਂ ਲੈ ਕੇ ਠੱਠੇ ਤੱਕ 17 ਮਦਾਂ ਹਨ ਜਾਂ 17 ਇਹਦੀਆਂ ਨੁਕਤੇ ਹਨ, ਜਿਹੜੇ ਊੜਾ ਤੋਂ ਲੈ ਕੇ ਠੱਠੇ ਤੱਕ ਇਹ ਚੱਲਦਾ ਹੈ। ਇਹਨਾਂ ਵਿੱਚ 1936 ਵਿੱਚ ਪ੍ਰਵਾਨ ਹੋਈ ਸਿੱਖ ਰਹਿਤ ਮਰਿਆਦਾ ਦੀ ਧਾਰਾ ਟੈਂਕਾ ਵਿੱਚ ਤਬਦੀਲੀ ਇੱਕ ਛੋਟੀ ਜਿਹੀ ਕੀਤੀ ਗਈ ਹੈ। ਜਿਹੜਾ 1936 ਦੀ ਮਰਿਆਦਾ ਸੀ ਉਹਦੇ ਵਿੱਚ ਲਿਖਿਆ ਸੀ, ਸਿੱਖ ਨੂੰ ਇੱਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਏ। ਉਹਦੇ ਚ ਇਹ ਗੱਲ ਲਿਖੀ ਹੋਈ ਸੀ। ਪਰ ਜਿਹੜੀ ਮਰਿਆਦਾ ਬਾਅਦ ਵਿੱਚ ਬਦਲੀ 1936 ਤੋਂ ਬਾਅਦ, ਉਹ ਚ ਲਿਖਿਆ ਸੀ ਕਿ ਆਮ ਹਾਲਤਾਂ ਵਿੱਚ ਸਿੱਖ ਨੂੰ ਇੱਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਦਾ। ਇਹਨੂੰ ਇਹ ਚੇਂਜ ਕੀਤਾ ਗਿਆ ਕਿ ਆਮ ਹਾਲਤ ਕਿਹੜੀ ਹਨ, ਇਹਦੀ ਕੋਈ ਵਿਆਖਿਆ ਨਹੀਂ ਕੀਤੀ ਗਈ ਕਿ ਆਮ ਹਾਲਤ ਕਿਹੜੇ ਹੋ ਸਕਦੇ ਨੇ, ਆਮ ਤੌਰ ਤੇ ਜਾਂ ਆਮ ਹਾਲਤ ਕਿਹੜੇ ਨੇ, ਇਹਦੀ ਕੋਈ ਅੱਗੇ ਡਿਟੇਲ ਨਹੀਂ ਮਿਲਦੀ। ਪਰ ਆਮ ਹਾਲਤ ਲਿਖ ਕੇ ਇੱਕ ਦੁਬਦਾ ਜੀ ਥੋੜੀ ਜਿਹੀ ਖੜੀ ਹੋ ਗਈ। ਤੇ ਪਹਿਲਾਂ ਜਿਹੜੇ ਸੀਗੇ ਵੀ ਸਿੱਖ ਨੂੰ ਇੱਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਦਾ, ਉਹਦੇ ਵਿੱਚ ਗੱਲ ਸਪਸ਼ਟ ਸੀ। ਪਰ ਇੱਥੇ ਆਮ ਹਾਲਤਾਂ ਦੇ ਵਿੱਚ ਦਾ ਕੀ ਮਤਲਬ ਹੈ, ਖਾਸ ਹਾਲਤ ਕਿਹੜੀ ਹੈ, ਇਹਦੇ ਬਾਰੇ ਕੋਈ ਸਪਸ਼ਟਤਾ ਸਾਡੇ ਕੋਲ ਨਹੀਂ ਹੈ, ਨਾ ਹੀ ਮਰਿਆਦਾ ਵਿੱਚ ਕੋਈ ਸਪਸ਼ਟਤਾ ਅੱਗੇ ਦਿੱਤੀ ਗਈ ਹੈ। ਇਸ ਕਰਕੇ ਮੈਂ ਇਹਦੀ ਵਿਆਖਿਆ ਹੋਰ ਕਿਸੇ ਢੰਗ ਨਾਲ ਕਰ ਵੀ ਨਹੀਂ ਸਕਦਾ, ਕਿਉਂਕਿ ਇਹਦੀ ਸਪਸ਼ਟਤਾ ਜਾਂ ਕੋਈ ਦੀ ਵਿਆਖਿਆ ਮਰਿਆਦਾ ਵਿੱਚ ਨਹੀਂ ਦਿੱਤੀ ਗਈ। ਤੋ ਸੰਸਾਰ ਦੀ ਗਤੀਸ਼ੀਲਤਾ ਨੂੰ ਅੱਗੇ ਤੋਰਨ ਦੇ ਲਈ ਹਰ ਧਰਮ ਵਿੱਚ ਵਿਆਹ ਤੇ ਇਹਦੀ ਮਰਿਆਦਾ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ। ਸੰਸਾਰ ਨੂੰ ਅੱਗੇ ਵਧਾਉਣ ਦੇ ਲਈ, ਇਹਦੀ ਗਤੀਸ਼ੀਲਤਾ ਨੂੰ ਤੋੜਦੇ ਰਹਿਣ ਲਈ ਹਰ ਧਰਮ ਦੀਆਂ ਮਰਿਆਦਾ ਹਨ। ਹਿੰਦੂ ਧਰਮ ਵਿੱਚ ਇਸ ਨੂੰ ਸ਼ਾਦੀ ਜਾਂ ਵਿਆਹ ਕਿਹਾ ਜਾਂਦਾ ਹੈ, ਇਸਲਾਮ ਵਿੱਚ ਉਹਨੂੰ ਨਿਕਾਹ ਕਿਹਾ ਜਾਂਦਾ ਹੈ। ਪਰ ਇਹਨਾਂ ਦੋਨਾਂ ਦੇ ਉਲਟ ਗੁਰਮਤਿ ਵਿੱਚ ਇਸ ਨੂੰ ਆਨੰਦ ਕਾਰਜ ਕਿਹਾ ਜਾਂਦਾ ਹੈ। ਇਸੇ ਕਰਕੇ ਹੀ ਜੋ ਪੰਥ ਪ੍ਰਕਾਸ਼ ਵਿੱਚ ਲਿਖਿਆ ਹੋਇਆ, ਵਿਆਹ ਨਿਕਾਹ ਨਾ ਇਹ ਕਰੇ ਹੈ, ਭੁਗਤ ਆਨੰਦ ਪੜੇ ਹੈ। ਵੀ ਆਨੰਦ ਕਾਰਜ ਪੜ੍ਹਦੇ ਹੈ, ਇਹ ਨਾ ਨਿਕਾਹ ਕਰਦੇ ਆ ਨਾ ਵਿਆਹ ਕਰਦੇ ਆ, ਜਾਂ ਸ਼ਾਦੀ ਵਿਆਹ ਸ਼ਾਦੀ ਜਿਹਨੂੰ ਹਿੰਦੂ ਸਮਾਜ ਵਿੱਚ ਕਿਹਾ ਜਾਂਦਾ ਹੈ। ਤੋ ਭਾਈ ਗੁਰਦਾਸ ਜੀ ਨੇ ਜਦੋਂ ਗ੍ਰਸਤ ਦੀ ਗੱਲ ਕੀਤੀ ਹੈ ਤਾਂ ਉਹਨਾਂ ਵਿੱਚੋਂ ਜਿਵੇਂ ਨਦੀਆਂ ਦੀ ਗੱਲ ਦੀ ਉਦਾਹਰਨ ਦੇ ਦਿੱਤੀ, ਸਮੁੰਦਰ ਦੀ ਉਦਾਹਰਨ ਦਿੱਤੀ, ਪਹਾੜ ਦੀ ਉਦਾਹਰਨ ਦਿੱਤੀ ਕਿ ਪਹਾੜਾਂ ਚੋਂ ਸਭ ਤੋਂ ਵੱਡਾ ਸਮੇਰ ਪਰਬਤ ਹੈ, ਨਦੀਆਂ ਚਲਦੀਆਂ ਨੇ ਪਰ ਵੱਡਾ ਸਾਗਰ ਹੈ। ਜੇ ਚੰਦਨ ਦੀ ਗੱਲ ਕੀਤੀ ਤਾਂ ਕਹਿੰਦੇ ਚੰਦਨ ਦਾ ਰੁੱਖ ਦੀ ਵੈਲਿਊ ਜ਼ਿਆਦਾ ਹੈ। ਤਾਂ ਜੇ ਧਾਤਾਂ ਦੀ ਗੱਲ ਕੀਤੀ ਤਾਂ ਸੋਨਾ ਕਹਿੰਦੇ ਸਭ ਤੋਂ ਉੱਤਮ ਧਾਤ ਮੰਨੀ ਜਾਂਦੀ ਹੈ। ਜੇ ਪੰਛੀਆਂ ਦੀ ਗੱਲ ਕੀਤੀ ਤਾਂ ਹੰਸ ਨੂੰ ਗੱਲ ਜਿਹੜਾ ਪੰਛੀ ਮੰਨਿਆ ਗਿਆ। ਜੇ ਆਕਾਸ਼ ਦੀ ਗੱਲ ਕੀਤੀ ਤਾਂ ਉਹਦੇ 'ਚ ਪਾਰਸ ਦੀ ਗੱਲ ਆਉਂਦੀ ਹੈ। ਜੇ ਗਿਆਨਨ ਦੀ ਧਿਆਨ ਦੀ ਗੱਲ ਕੀਤੀ ਤਾਂ ਕਹਿੰਦੇ ਸਭ ਤੋਂ ਗੁਰੂ ਉੱਚਾ ਹੈ। ਤੇ ਜਦੋਂ ਇਹਦੇ 'ਚ ਗੱਲ ਕੀਤੀ ਵਿਆਹ ਜੀਵਨ ਦੀ ਤਾਂ ਫਿਰ ਕਹਿੰਦੇ ਗ੍ਰਸਤ ਸਭ ਤੋਂ ਉੱਤਮ ਜਿਹੜਾ ਹੈ ਉਹ ਗ੍ਰਸਤ ਦਾ ਮਾਰਗ ਹੈ। जैसे सर सरता सकल में समुंदर बड़ो, मीर में समीर बड़ो गलत बखान है, तरवर तरवर विखे जैसे चंदन बिरख बड़ो, धात में कनक उत्तम कैमान है, पंछियन में हंस मिर्ग
राजन में सारदूर, रागन में श्री राग पारस पखान है, ज्ञानन में ध्यान और ध्यानन में ध्यान गुर, सकल धर्म में गृहस्थ प्रधान। ये भाई गुरदास जी ने भी ਇਹਦੀ महानता दसी है। एक ऐसा विधान है जिहदी ओट ते आसरा सन्यासियां ते त्यागियां नूं भी लैना पिया सी। होए अतीत गृहस्थ तज फिर उन्होंने के कर मंगण जाई। भाई गुरदास जी कहते वार पहली दे विच पौड़ी 10वीं दे विच कहते भावें सन्यासी बन गए है पर फिर भी गृहस्थियां तो बिना दा गुजारा नहीं है, क्योंकि मंगण और गृहस्थियां के घर विच ही जाते हैं। तो ये सारी गल्लां जिहड़ियां सानूं मिलदियां हैं। तो हिंदू मत दे विच जिहड़ा जिक्र कीता मनु सिमरती के मुताबक ਉਹਦੇ तकरीबन 8 तरह के ਵਿਆਹ ਦੇ ਜ਼ਿਕਰ ਜਿਹੜਾ ਕੀਤਾ ਗਿਆ। ਉਹ मैं ਬਹੁਤਾ ਉਹਦਾ ਮਹਾਨਤਾ मैं कोई समझदा नहीं, जिस करके मैं आप जी ਨਾਲ ਉਹਦਾ ਜ਼ਿਕਰ नहीं कर रहा। ਹੁਣ ਜੇ ਸਿੱਖਾਂ ਦੇ ਲਈ ਜਿਵੇਂ ਮੈਂ ਬੇਨਤੀ ਕੀਤੀ ਹੈ ਵੀ ਪਹਿਲਾ ਮੈਰਿਜ ਐਕਟ 1909 ਦੇ ਵਿੱਚ 22 ਅਕਤੂਬਰ ਨੂੰ ਜਿਹੜਾ ਸੀ ਉਹ ਪਾਸ ਕੀਤਾ ਗਿਆ। 1955 ਦੇ ਵਿੱਚ 1955 ਦੇ ਵਿੱਚ हिंदू मैरिज एक्ट जिहड़ा सी वो पास होया, जिहड़ा भारतीय संविधान के अंदर सी। पर दुखांत यह है भारत विच हिंदू मुसलमान ईसाई पारसियां दे विआह दे निजी कानून हैं, पर सिखां बारे कोई वखरा कानून नहीं। इन्हां नूं हिंदू मैरिज एक्ट विच ही अपने आप नूं अजे तक रजिस्टर करवाउणा पैंदा है। 2012 ਵਿੱਚ ਜਦੋਂ ਮੁਕੰਮਲ ਆਨੰਦ ਮੈਰਿਜ ਐਕਟ ਦੀ ਗੱਲ ਚੱਲੀ, ਉਸ ਸਮੇਂ ਕਾਨੂੰਨ ਵੀ ਡਾਕਟਰ ਦਲਜੀਤ ਸਿੰਘ ਜੀ ਪ੍ਰਿੰਸੀਪਲ ਖਾਲਸਾ ਕਾਲਜ ਸ਼੍ਰੀ ਅੰਮ੍ਰਿਤਸਰ ਨੇ ਜੀਵ ਖਾਲਸਾ ਦੇ ਸਹਿਯੋਗ ਨਾਲ ਇੱਕ ਐਸਾ ਖਰੜਾ ਤਿਆਰ ਕਰਵਾਇਆ ਸੀ। ਇਸ ਦੇ ਨਾਲ ਹੀ ਮੈਂਬਰ ਪਾਰਲੀਮੈਂਟ ਜੋ ਪਟਿਆਲੇ ਤੋਂ ਧਰਮਵੀਰ ਗਾਂਧੀ ਜੀ ਨੇ ਇੱਕ ਨਿੱਜੀ ਬਿੱਲ ਉੱਥੇ ਪੇਸ਼ ਕੀਤਾ, ਪਰ ਸਰਕਾਰ ਨੇ 1909 वाले कानून में तरमीम तो की, पर यह केवल आनंद कारज नहीं हुए विआह नूं कानूनी वैधता प्रदान करन ते उसनूं रजिस्टर करन तक ही सीमित रही। भी पहला तो यह भी हिंदू मैरिज एक्ट के मुताबिक जिहड़े विआह बेदी नाल नहीं सी कीते, रजिस्टर्ड भी नहीं सी करते। पर 2012 ਦੇ ਵਿੱਚ ਜਿਹੜਾ ਕਾਨੂੰਨ ਸੀ ਜਿਹਨੂੰ ਇਹ ਪਾਸ ਕੀਤਾ, ਧਰਮਵੀਰ ਗਾਂਧੀ ਨੇ ਬਿੱਲ ਪੇਸ਼ ਕੀਤਾ ਪਟਿਆਲੇ ਤੋਂ, ਜੋ MP ਰਹੇ आम आदमी पार्टी च पहला तो हम इंडिपेंडेंट, आई डोंट नो, मैंने बहुत जानकारी नहीं है, लेकिन उतों MP बने पहला पिछली बारी, तो उन्होंने ये बिल जिहड़ा सी पेश किया। इस विच आनंद विआह नूं आनंद मैरिज एक्ट 1909 अधीन रजिस्टर करने की पक्की पाबंदी नहीं है, बल्कि इस विच राज सरकार ते छड़ दिता गया कि वो इस बारे नियम अपने आप ही बना सकते हैं। हुण देखो, पिछली सदी के आरंभ तो सिखा के आनंद कारज को कानूनी चुनौतियां दित्तियां गईयां। 100 साल तो भी वध दा समां बीत गया। मुकम्मल ते आनंद मैरिज एक्ट की मांग करदियां करदियां कई इस संसार तो चले गए ते कई अगों तुर जाने ने, पर हाले तक भी इहदे बारे कुछ नहीं हो सकिया ते कौमी तौर ते बहुता यतन भी नहीं किया गया साडे धार्मिक जथेबंदियां वालों जां धार्मिक आगुआं वालों ਜਾਂ ਜਿਹੜੇ ਇਸ ਵੇਲੇ ਸੁਸ਼ੋਭਿਤ ਹਨ ਰਾਜ ਗੱਦੀਆਂ ਦੇ ਉੱਤੇ ਉਹਨਾਂ ਵੱਲੋਂ, ਜਾਂ ਜਿਹੜੇ SGPC ਵੱਲੋਂ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵਿਸ਼ੇਸ਼ ਉਦਮ ਨਹੀਂ ਕੀਤਾ ਗਿਆ। ਬਸ ਡੰਗ ਟਪਾਊ ਕੰਮ ਜਿਹੜਾ ਉਹ ਚੱਲਿਆ ਹੁੰਦਾ। ਤੋ ਸਿਰਫ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਇਹਦੇ ਲਈ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਤੇ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਆਨੰਦ ਕਾਰਜ गुरु की बख्शिश ते रहमत है। ये गल सानू सोचनी चाहिए है कि आनंद कारज जिहड़ा है गुरु की बख्शिश ते रहमत है। बड़ी जद्दोजहद तो बाद आनंद कारज राही हुए विआह नूं कानूनी मानता मिल सकी है। आनंद कारज की पवित्रता, गंभीरता अते कानूनी हैसियत नूं कायम रखना साडा फर्ज है। पहला कदम साडा होना चाहिए है कि पंथ वालों हिंदू मैरिज एक्ट की थां ते मुकम्मल आनंद मैरिज एक्ट का खरड़ा तैयार करवा के इसनूं कानूनी रूप देने का उपराला आरंभ किया जाए। सब तो पहला साडा यतन जिहड़ा है ये होना चाहिए।
ਜਿਹੜਾ ਆਨੰਦ ਮੈਰਿਜ ਐਕਟ ਦੀ ਗੱਲ ਕਰ ਰਿਹਾ। ਆਨੰਦ ਕਾਰਜ ਇਹ ਕੇਵਲ ਆਨੰਦ ਕਾਰਜ ਨਹੀਂ ਬਲਕਿ ਜਾਇਦਾਦ, ਵਿਰਾਸਤ, ਗੋਦ ਲੈਣ, ਟੈਕਸ ਤੇ ਹਰ ਪੱਖ ਤੇ ਸਾਡਾ ਜਿਹੜਾ ਕਾਨੂੰਨ ਉਹ ਭਾਰਤੀ ਸੰਵਿਧਾਨ ਅਨੁਸਾਰ ਹਿੰਦੂ ਕਾਨੂੰਨ ਹੀ ਲਾਗੂ ਹੁੰਦਾ ਹੈ। ਜਦੋਂ ਅਸੀਂ ਜੁਆਇੰਟ ਫੈਮਿਲੀ ਵਿੱਚ ਗੱਲ ਕਰਦੇ ਹਾਂ ਇਨਕਮ ਟੈਕਸ ਜਾਂ ਹੋਰ ਵਿੱਚ ਕੁਝ ਹਿੰਦੂ ਅਨਡਿਵਾਈਡਡ ਫੈਮਿਲੀ ਹੀ ਸਾਨੂੰ ਮੰਨਿਆ ਜਾਂਦਾ ਹੈ, ਜਿਹਨੂੰ ਅਸੀਂ HUF ਕਹਿੰਦੇ ਹਾਂ, ਜਿਹਦਾ ਇੱਕ ਕਰਤਾ ਹੁੰਦਾ ਹੈ, ਜਿਹੜਾ ਫੈਮਿਲੀ ਦਾ ਮੋਢੀ ਹੁੰਦਾ, ਆਗੂ ਹੁੰਦਾ, ਉਹਨੂੰ ਕਰਤਾ ਕਹਿੰਦੇ ਨੇ। ਉੱਥੇ ਵੀ ਸਾਨੂੰ ਹਿੰਦੂ ਅਨਡਿਵਾਈਡਡ ਫੈਮਿਲੀ ਹੀ ਮੰਨਿਆ ਗਿਆ, ਸਿੱਖ ਅਨਡਿਵਾਈਡਡ ਫੈਮਿਲੀ ਦਾ ਸਾਨੂੰ ਦਰਜਾ ਨਹੀਂ ਮਿਲ ਸਕਿਆ। ਇਹ ਜਿਹੜਾ ਸਾਡਾ ਵਿਰਾਸਤੀ ਹੈ, ਜਿਹਦੇ ਜ਼ਮੀਨੀ ਜਾਇਦਾਦ ਵਿੱਚ ਕੰਮ ਸਾਰੇ ਉਹ ਆ ਜਾਂਦੇ ਆ, ਉਹਦੇ ਵਿੱਚ ਵੀ ਸਾਨੂੰ HUF ਦੇ ਵਿੱਚ ਹੀ ਇਨਕਮ ਟੈਕਸ ਅਕਾਊਂਟ ਵਿੱਚ ਵੀ ਰਜਿਸਟਰ ਕੀਤਾ ਜਾਂਦਾ, ਤੇ ਬਾਕੀ ਵੀ ਸਾਨੂੰ HUF ਵਿੱਚ ਰਜਿਸਟਰ ਕੀਤਾ ਜਾਂਦਾ ਹੈ। ਉਹਦੇ ਵਿੱਚ ਵੀ ਸਾਨੂੰ ਸਿੱਖ ਅਨਡਿਵਾਈਡਡ ਫੈਮਿਲੀ ਵਿੱਚ ਰਜਿਸਟਰ ਅਜੇ ਤੱਕ ਨਹੀਂ ਕੀਤਾ ਜਾ ਸਕਦਾ। ਇਹ ਅਸੀਂ ਕਹਿ ਸਕਦੇ ਹਾਂ ਵੀ ਇਹ ਸਿੱਖੀ ਦੇ ਨਿਆਰੇਪਨ ਦੇ ਉੱਤੇ ਇੱਕ ਬਹੁਤ ਵੱਡੀ ਸੱਟ ਹੈ। ਦੂਜੀ ਗੱਲ ਜਿਹੜੀ ਮੈਂ ਕਹਿ ਰਿਹਾ, ਜੋ ਸਰਕਾਰਾਂ ਚਾਹੁੰਦੀਆਂ ਨੇ, ਵੇਲੇ ਦੇ ਹਕੂਮਤਾਂ ਹਮੇਸ਼ਾ ਹੀ ਇਹ ਚਾਹੁੰਦੀਆਂ ਰਹੀਆਂ ਨੇ ਕਿ ਸਿੱਖੀ ਦੇ ਨਿਆਰੇਪਨ ਨੂੰ ਖਤਮ ਕੀਤਾ ਜਾਵੇ। ਤਾਂ ਇਹ ਸਿੱਖੀ ਦੇ ਨਿਆਰੇਪਨ ਦੇ ਉੱਤੇ ਇੱਕ ਬਹੁਤ ਵੱਡੀ ਸੱਟ ਹੈ। ਇਹਦੀ ਦੁਰਸਗੀ ਜਾਂ ਇਹ ਸੱਟ ਤਾਂ ਹੀ ਹਟ ਸਕਦੀ ਹੈ ਜੇਕਰ ਸਿੱਖ ਆਪਣਾ ਨਿੱਜੀ ਕਾਨੂੰਨ, ਜਿਹਨੂੰ ਪਰਸਨਲ ਲਾਅ ਅਸੀਂ ਕਹਿੰਦੇ ਹਾਂ, ਉਹ ਬਣਾ ਲੈ, ਜੋ ਹੋਏਗਾ। ਪਰ ਇਹ ਗੱਲ ਮੈਂ ਇੱਕ ਹੋਰ ਵੀ ਕਰਨੀ ਚਾਹਦਾ ਹਾਂ ਵੀ ਇਹਦੇ 'ਚ ਮੈਨੂੰ ਕੋਈ ਸੰਕੋਚ ਨਹੀਂ ਗੱਲ ਕਰਨ ਤੋਂ ਵੀ ਹਾਲੇ ਤੱਕ ਇਹਨਾਂ ਬਾਰੇ ਕੋਈ ਵੀ ਪਹਿਲ ਜਾਂ ਪੇਸ਼ਕਦਮੀ ਹੁੰਦੀ ਕਿਤੇ ਨਜ਼ਰ ਨਹੀਂ ਆ ਰਹੀ। ਹਾਲੇ ਤੱਕ ਵੀ ਭਾਵੇਂ ਬਹੁਤ ਸਾਰਿਆਂ ਨੇ ਆਪਣੇ ਜੀਵਨ ਵੀ ਲਾਏ, ਉਹਨਾਂ ਨੇ ਆਪਣੀਆਂ ਕੁਰਬਾਨੀਆਂ ਵੀ ਦਿੱਤੀਆਂ ਆਨੰਦ ਮੈਰਿਜ ਐਕਟ ਪਾਸ ਕਰਾਉਣ ਦੇ ਲਈ, ਪਰ ਜੋ ਸਿੱਖ ਆਨੰਦ ਮੈਰਿਜ ਐਕਟ ਹੈ ਉਹ ਪਾਸ ਅਜੇ ਤੱਕ ਵੀ ਨਹੀਂ ਹੋਇਆ। ਕਿ ਇੱਕ ਪਾਸੇ ਛੱਡ ਦਈਏ, ਹਾਲੇ ਤੱਕ ਸਾਡੇ ਆਗੂਆਂ ਵੱਲੋਂ ਕੋਈ ਵਿਸ਼ੇਸ਼ ਪਹਿਲ ਕਦਮੀ ਕਰਕੇ ਉਹਦਾ ਖਰੜਾ ਤਿਆਰ ਕਰਕੇ ਵੀ ਨਹੀਂ ਰੱਖਿਆ ਗਿਆ, ਜਿਹਦੇ ਨਾਲ ਅਸੀਂ ਇਹਨੂੰ ਆਪਣਾ ਸਿੱਖ ਮੈਰਿਜ ਐਕਟ ਵਿੱਚ ਰਜਿਸਟਰ ਕਰਾਉਣ ਦੇ ਲਈ ਅੱਗੇ ਨੂੰ ਕਦਮ ਵਧਾ ਸਕੀਏ। ਇਹ ਇਹਦਾ ਇੱਕ ਬੇਸਿਕ ਪਿਛਲਾ ਥੋੜਾ ਜਿਹਾ ਮੈਂ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਸਾਂ ਕਿ ਸਾਨੂੰ ਆਨੰਦ ਕਾਰਜ ਦੀ ਜੋ ਪਿਛੋਕੜ ਹੈ ਉਹ ਪੂਰੀ ਤਰ੍ਹਾਂ ਕੁਛ ਸਮਝ ਆ ਜਾਏ। ਆਨੰਦ ਕਾਰਜ ਦੀ ਜੋ ਰਹਿਤ ਮਰਿਆਦਾ ਵਿੱਚ ਗੱਲ ਕੀਤੀ ਗਈ ਉਹਨੂੰ ਕਰਨ ਤੋਂ ਪਹਿਲਾਂ ਜੋ ਮੇਰਾ ਆਪਣਾ ਨਿੱਜੀ ਸੋਚ ਸੀ ਵੀ ਇੰਨੀ ਕੁ ਸਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਅਸੀਂ ਹੁਣ ਅੱਗੇ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ। ਤਾਂ ਊੜਾ ਮੱਤ ਤੋਂ ਅਸੀਂ ਸ਼ੁਰੂ ਕਰਦੇ ਹਾਂ। ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜ਼ਾਤ ਪਾਤ ਗੋਤ ਵਿਚਾਰੇ ਦੇ ਹੋਣਾ ਚਾਹੀਏ। ਸਿੱਖ ਰਹਿਤ ਮਰਿਆਦਾ ਜੋ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਛੱਪੀ ਗਈ ਹੈ, ਉਹਦੇ ਪੰਨਾ ਨੰਬਰ 22 ਤੇ ਇਹ ਮੱਤ ਜਿਹੜੀ ਹੈ ਇਹ ਦਿੱਤੀ ਗਈ ਹੈ। 2015 ਐਡੀਸ਼ਨ ਜਿਹੜਾ ਹੈ ਉਹਦੀ ਗੱਲ ਕਰ ਰਿਹਾ, ਜਿਹੜੀ 2000 ਉਸ ਤੋਂ ਬਾਅਦ ਵੀ ਛਪੀਆਂ ਨੇ, ਪਰ ਮੇਰੇ ਕੋਲ ਸ਼ਾਇਦ ਉਦੋਂ ਬਾਅਦ ਦਾ ਐਡੀਸ਼ਨ ਹੈ ਨਹੀਂ। ਜੇ 2015 ਦਾ ਐਡੀਸ਼ਨ ਹੀ ਸਾਨੂੰ ਮਿਲਦਾ ਹੈ ਜਦ ਮੇਰੇ ਕੋਲ ਸੀ ਲੇਟੈਸਟ ਜਿਹੜਾ ਮੈਂ ਇੱਥੇ ਆ ਕੇ ਦੇਖਿਆ। ਉਸ ਤੋਂ ਪੁਰਾਣੇ ਐਡੀਸ਼ਨ ਤਾਂ ਹਨ, ਪਰ ਇਹ ਇਸ ਤੋਂ ਲੇਟੈਸਟ ਮੈਂ ਕਾਪੀ ਕੋਈ ਲੈਣ ਦੀ ਜ਼ਰੂਰਤ ਹੀ ਨਹੀਂ ਸਮਝੀ, ਕਿਉਂਕਿ ਤਬਦੀਲੀ ਦਾ ਚੇਂਜ ਨਹੀਂ ਹੈ ਉਹਦੇ ਵਿੱਚ ਕੋਈ। ਇਸ ਵਾਸਤੇ ਜੋ ਮੈਂ ਉਹਦਾ ਆਧਾਰ ਹੀ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ ਕਿ 2015 ਵਾਲੀ ਜੋ ਧਰਮ ਪ੍ਰਚਾਰ ਕਮੇਟੀ ਵੱਲੋਂ ਛਪੀ ਹੋਈ ਰਹਿਤ ਮਰਿਆਦਾ ਜਾਂ ਸਿੱਖ ਮਿਸ਼ਨਰੀ ਕਾਲਜ ਵੱਲੋਂ ਉਸ ਰਹਿਤ ਮਰਿਆਦਾ ਦੀ ਇਨ-ਬਿਨ ਛਾਪੀ ਹੋਈ ਨਕਲ, ਜਿਹਦੇ 'ਚ ਕੋਈ ਅੱਖਰ ਕੰਨੇ ਦਾ ਵੀ ਵਾਧਾ ਘਾਟਾ ਨਹੀਂ ਕੀਤਾ ਗਿਆ, ਉਹਦੇ ਪੰਨਾ ਨੰਬਰ 22 ਉੱਤੇ ਇਹ ਜਿਹੜੀ ਮੱਦ ਇਹ ਲਿਖੀ ਹੋਈ ਹੈ, ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜ਼ਾਤ ਪਾਤ ਗੋਤ ਵਿਚਾਰ ਦੇ ਹੋਣਾ ਚਾਹੀਏ। ਹੁਣ ਸਿੱਖ ਰਹਿਤ ਮਰਿਆਦਾ ਦੀ ਆਨੰਦ ਸੰਸਕਾਰ ਦੀ ਇਸ ਮੱਦ ਰਾਹੀਂ ਆਨੰਦ ਕਾਰਜ ਲਈ ਕੇਵਲ ਗੁਰਸਿੱਖੀ ਦਾ ਹੋਣਾ ਹੀ ਨਿਸ਼ਚਿਤ ਕੀਤਾ ਗਿਆ ਹੈ। ਇਹ ਗੁਣ ਨਿਸ਼ਚਿਤ ਕੀਤਾ ਗਿਆ ਹੈ। ਇੱਥੇ ਜਿਹੜੀ ਗੱਲ ਸਮਝਣ ਵਾਲੀ ਹੈ ਕਿ ਸਿੱਖ ਸਿੱਖਣੀ ਦਾ ਵਿਆਹ ਸਰੀਰਕ ਅਵਸਥਾ ਅਤੇ ਗੁਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇ। ਅਜਿਹਾ ਕਰਨ ਲੱਗਿਆ ਜੋ ਸਾਡਾ ਗੁਆਂਢੀ ਮਤ ਹੈ ਉਹਦੇ ਅਨੁਸਾਰ ਜ਼ਾਤ ਪਾਤ ਗੋਤਾਂ ਆਦਿ ਵਿਚਾਰ ਕਰਨੀ ਮਨਮਤ ਹੈ, ਕਿਉਂਕਿ ਸਿੱਖੀ ਸਿਧਾਂਤਾਂ ਵਿੱਚ ਇਹਨੂੰ ਕੋਈ ਥਾਂ ਨਹੀਂ ਹੈ। ਸਿੱਖੀ ਸਿਧਾਂਤਾਂ ਵਿੱਚ ਇਹਦਾ ਕੋਈ ਸਥਾਨ ਨਹੀਂ ਹੈ। ਦੂਜੀ ਜਿਹੜਾ ਗੁਆਂਢੀ ਮਤ ਹੈ ਉਹਦੇ ਮੁਤਾਬਕ ਸ਼ਾਸਤਰ ਆਧਾਰਿਤ ਜ਼ਾਤ ਪਾਤ ਉਹਨਾਂ ਦੀ ਸੰਸਕ੍ਰਿਤੀ ਦਾ ਨਾ ਕੇਵਲ ਮੁੱਖ ਅੰਗ ਹੈ
ਬਲਕਿ ਉਹਨਾਂ ਦਾ ਤਾਂ ਇੱਥੋਂ ਤੱਕ ਮੰਨਣਾ ਹੈ ਕਿ ਜਿਸ ਦਿਨ ਜਾਤ ਪਾਤ ਸਮਾਪਤ ਹੋ ਗਈ ਉਸ ਵੇਲੇ ਹਿੰਦੂ ਧਰਮ ਵੀ ਸਮਾਪਤ ਹੋ ਜਾਏਗਾ। ਉਹਨਾਂ ਦੀ ਇਹ ਮੰਨਣਾ ਹੈ। ਸਮਾਂ ਬਦਲਣ ਦੇ ਨਾਲ ਜਾਤ ਪਾਤ ਨੂੰ ਸਮਾਪਤ ਕਰਨ ਦੀ ਥਾਵੇਂ ਇਸ ਨੂੰ ਕਾਨੂੰਨੀ ਢੰਗ ਤਰੀਕੇ ਵਰਤ ਕੇ ਹੋਰ ਜ਼ਿਆਦਾ ਪੱਕਾ ਤੇ ਪੀੜਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਇਹਨੂੰ ਕਾਨੂੰਨੀ ਜਿਹੜੀਆਂ ਮਾਨਤਾ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਹਨ। ਇਹ ਕਿਉਂ ਇਹ ਵੱਧ ਪਈ? ਕਿਉਂਕਿ ਉਸ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਇਸ ਸੰਸਾਰ 'ਚ ਆਏ, ਉਹਨਾਂ ਨੇ ਦੇਖਿਆ ਤੇ 239 ਸਾਲ ਦਾ ਸਮਾਂ ਉਹ ਲੱਗਾ, ਫਿਰ ਪੰਥਕ ਅੱਗੇ 237 ਸਾਲ ਦਾ ਸਮਾਂ ਫਿਰ ਲੱਗਾ 1936 ਤੱਕ। ਉਹਨਾਂ ਨੇ ਦੇਖਿਆ ਵੀ ਜੋ ਗੁਆਂਢੀ ਮੱਤ ਦੇ ਸੰਸਕਾਰ ਹਨ ਦੇ ਵਿੱਚ ਜਿਹੜਾ ਵਿਆਹ ਦਾ ਸੰਸਕਾਰ ਹੈ ਉਹਦੇ ਲਈ ਜਾਤ ਪਾਤ ਤੇ ਗੋਤ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ, ਬਹੁਤ ਜ਼ਿਆਦਾ। ਉੱਥੇ ਗੋਤਰ ਤੋਂ ਬਾਅਦ ਉਹਦੀ ਉਪਜਾਤੀ ਜਿਹੜੀ ਹੈ ਉਹ ਵੀ ਵਿਚਾਰੀ ਜਾਂਦੀ ਹੈ, ਉਹਦੀਆਂ ਉਪਜਾਤੀਆਂ ਵੀ ਵਿਚਾਰੀਆਂ ਜਾਂਦੀਆਂ ਨੇ। ਆਪਣੀ ਜਾਤ ਬਰਾਦਰੀ ਤੋਂ ਬਾਹਰ ਰਿਸ਼ਤੇ ਨਾਤੇ ਜਿਹੜੇ ਨਹੀਂ ਕੀਤੇ ਜਾਂਦੇ। ਇਸ ਦੇ ਨਾਲ ਹੀ ਗੋਤ ਨੂੰ ਤਾਂ ਬਹੁਤ ਜ਼ਿਆਦਾ ਹੀ ਵਿਚਾਰਿਆ ਜਾਂਦਾ ਹੈ। ਹਰ ਗੋਤ ਆਪਣੀ ਜਾਤ ਬਰਾਦਰੀ ਦੇ ਅੰਦਰ ਜੋੜਦੇ ਰਹਿੰਦੇ ਹਨ। ਜਿਵੇਂ ਮਿੱਤਲ ਹਨ, ਅਗਰਵਾਲ ਹਨ, ਜਿਹਨਾਂ ਨੂੰ ਬਾਣੀਆਂ ਸ਼੍ਰੇਣੀ ਵੀ ਕਿਹਾ ਜਾਂਦਾ, ਉਹਨਾਂ ਦੇ ਰਿਸ਼ਤੇ ਉਹਨਾਂ ਦੇ ਵਿੱਚ ਹੀ ਹੁੰਦੇ ਨੇ। ਗੋਤਰ ਦਾ ਮਤਲਬ ਇਹ ਹੀ ਹੈ, ਜਿਹਨੂੰ ਸਬ ਕਾਸਟ ਅਸੀਂ ਕਹਿ ਲੈਂਦੇ ਹਾਂ, ਤੇ ਉਹ ਉਹਨਾਂ ਦੇ ਰਿਸ਼ਤੇ ਉਹਨਾਂ ਦੇ ਵਿੱਚ ਹੀ ਉਹ ਕਰਨਗੇ। ਇਹ ਉਹਨਾਂ ਦਾ ਪੱਕਾ ਇੱਕ ਵਿਧਾਨ ਹੈ। ਹੁਣ ਸਿੱਖਾਂ ਵਿੱਚ ਇਹੋ ਜਿਹਾ ਕੋਈ ਵਿਧਾਨ ਹੈ ਹੀ ਨਹੀਂ ਸੀ। ਗੁਰਮਤਿ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ, ਗੁਰਮਤਿ ਨੇ ਇਹਦੀ ਮਨਾਹੀ ਕੀਤੀ। ਤੋ ਰਹਿਤ ਮਰਿਆਦਾ ਦੀ ਇਸ ਮੱਧ ਵਿੱਚ ਗੱਲ ਲਿਖੀ ਗਈ ਕਿ ਆਨੰਦ ਸਮੇਂ ਜਾਤ ਪਾਤ ਦੇ ਨਾਲ ਨਾਲ ਗੋਤ ਦੀ ਵਿਚਾਰ ਵੀ ਨਹੀਂ ਹੋਣੀ ਚਾਹੀਦੀ, ਨਾਲ ਗੋਤ ਲਫ਼ਜ਼ ਵੀ ਲਿਖਿਆ ਗਿਆ। ਤੋ ਇਸ ਮੱਧ ਦੇ ਮੁਤਾਬਕ ਆਨੰਦ ਸਿੱਖ ਤੇ ਸਿੱਖਣੀ ਦਾ ਆਨੰਦ ਕਾਰਜ ਜਿਹੜਾ ਹੈ ਉਹ ਹੋਣਾ ਨਿਸ਼ਚਿਤ ਕੀਤਾ ਗਿਆ ਹੈ। ਸਿੱਖ ਦਾ ਵਿਆਹ ਜਿਹੜਾ ਹੈ ਅੱਗੇ ਜਾ ਕੇ ਆ ਜਾਏਗਾ, ਉਹ ਹੋਏਗਾ। ਇੱਥੇ ਜਿਹੜੀ ਅਸੀਂ ਗੱਲ ਕਰਦੇ ਹਾਂ ਵੀ ਇਸ ਤੋਂ ਇਹ ਸਾਨੂੰ ਸਮਝ ਆਉਂਦੀ ਹੈ ਵੀ ਗੁਰੂ ਨਾਨਕ ਦੇ ਘਰ ਨੇ ਜਿਹੜੀ ਜਾਤ ਪਾਤ ਨੂੰ ਖੰਡਨ ਕੀਤਾ ਸੀ, ਉਸੇ ਜਾਤ ਪਾਤ ਦੇ ਨੂੰ ਪੰਥ ਨੇ ਵੀ ਪ੍ਰਵਾਨ ਨਹੀਂ ਕੀਤਾ। ਹਾਲਾਂਕਿ ਪ੍ਰੈਕਟੀਕਲ ਤੌਰ ਤੇ ਦੇਖਿਆ ਜਾਵੇ ਤਾਂ ਇਹ ਕੁਝ ਨਹੀਂ ਵਾਪਰ ਰਿਹਾ। ਸਾਡੇ ਸਿੱਖ ਸਮਾਜ ਵਿੱਚ ਵੀ ਪਹਿਲਾਂ ਸਭ ਤੋਂ ਪਹਿਲਾਂ ਜਾਤ ਪੁੱਛੀ ਜਾਂਦੀ ਹੈ ਕਿ ਹਾਂ ਬਈ ਦੱਸੋ ਸਹੀ ਕਿਹੜੀ ਬਰਾਦਰੀ ਚੋਂ, ਕੀ ਹੋ, ਕਿੱਥੋਂ ਆਏ ਹੋ, ਕੀ ਕਰਦੇ ਹੋ। ਇਹ ਗੱਲਾਂ ਪੁੱਛੀਆਂ ਅੱਜ ਕੱਲ ਵੀ ਹਜੇ ਤੱਕ ਵੀ ਚੱਲਦੀਆਂ ਆਉਂਦੀਆਂ ਨੇ, ਜਦਕਿ ਸਿੱਖ ਵਿੱਚ ਦਾ ਸ਼ਰਤ ਕੇਵਲ ਸਿੱਖੀ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ। ਤੋ ਇਸ ਕਰਕੇ ਇਹ ਸਾਨੂੰ ਥੋੜਾ ਜਿਹਾ ਇਹਦੇ ਬਾਰੇ ਸੋਚਣ ਦੀ ਲੋੜ ਹੈ ਕਿ ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜਾਤ ਪਾਤ ਗੋਤ ਵਿਚਾਰ ਦੇ ਹੋਣਾ ਚਾਹੀਦਾ। ਜਾਤ ਪਾਤ ਦੀ ਗੱਲ ਤਾਂ ਛੱਡੋ, ਮੈਂ ਤਾਂ ਇੱਥੋਂ ਤੱਕ ਵੀ ਦੇਖਿਆ ਵੀ ਜਿਹੜੇ ਪ੍ਰਚਾਰਕ ਸ਼੍ਰੇਣੀ ਹੈ, ਜਿਹੜੇ ਕਥਾਕਾਰ ਨੇ ਜਾਂ ਚੰਗੇ ਕੀਰਤਨੀਏ ਵੀ ਹਨ, ਉਹਨਾਂ ਦੇ ਬੱਚਿਆਂ ਨੂੰ ਕੋਈ ਰਿਸ਼ਤਾ ਦੇਣ ਨੂੰ ਤਿਆਰ ਨਹੀਂ ਹੈ, ਆਪਣੀਆਂ ਬੱਚੀਆਂ ਨਹੀਂ ਦਿੰਦਾ। ਇੱਥੇ ਬੜੀ ਪ੍ਰੋਬਲਮ ਆਈ ਜਦੋਂ ਪਿੱਛੇ ਮੈਂ ਇਹਨਾਂ ਨੂੰ ਮਿਲਦਾ ਸੀ, ਕੀਰਤਨੀ ਸਿੰਘਾਂ ਜਾਂ ਕਥਾਵਾਚਕਾਂ ਨੂੰ। ਉਹ ਕਹਿੰਦੇ ਜੀ ਦੇਖੋ ਜੀ, ਕਥਾਵਾਚਕ ਆਪਣੇ ਬੱਚੇ ਨੂੰ ਕਿਉਂ ਕਥਾਵਾਚਕ ਬਣਾਉਣ, ਉਹਨਾਂ ਦੇ ਰਿਸ਼ਤੇ ਨਹੀਂ ਹੁੰਦੇ, ਉਹ ਤਾਂ ਭਾਈ ਕਹਿ ਕੇ ਗੱਲ ਕਰਦੇ ਆ ਸਾਰੇ। ਇਹ ਪ੍ਰੋਬਲਮ ਬੜੀ ਵੱਡੀ ਇੱਕ ਖੜੀ ਹੋਈ ਹੈ ਸਾਡੇ ਸਮਾਜ ਦੇ ਵਿੱਚ। ਅਸੀਂ ਕਥਾਵਾਚਕਤਾ ਉਹ ਸਤਿਕਾਰ ਨਹੀਂ ਬਣਾ ਸਕੇ, ਜਾਂ ਕੀਰਤਨੀਏ ਸਿੰਘਾਂ ਦਾ ਉਹ ਸਤਿਕਾਰ ਨਹੀਂ ਬਣਾ ਸਕੇ ਜਿਹੜਾ ਸਤਿਕਾਰ ਸਮਾਜ ਵਿੱਚ ਹੋਣਾ ਚਾਹੀਦਾ ਸੀ। ਹਾਲੇ ਉਹ ਸਾਡੇ ਨਾਲੋਂ ਸ੍ਰੇਸ਼ਟ ਗੁਣ ਉਹਨਾਂ ਦੇ ਕੋਲ ਹਨ, ਵਿਚਾਰ ਕਰਨ ਦੇ, ਕੀਰਤਨ ਦੇ, ਰਾਗ ਸ਼ੈਲੀ ਸੁਣਾਉਣ ਦੇ, ਹਰ ਗੁਣ ਉਹਨਾਂ ਦੇ ਕੋਲ ਹਨ, ਪਰ ਅਸੀਂ ਉਹਨਾਂ ਨੂੰ ਮਹਾਨਤਾ ਜਿਹੜੀ ਨਹੀਂ ਦਿੱਤੀ। ਇਹ ਵੀ ਸਾਨੂੰ ਵਿਚਾਰਨ ਦੀ ਲੋੜ ਹੈ। ਜਿੱਥੇ ਅਸੀਂ ਜਾਤ ਪਾਤ ਦੀ ਗੱਲ ਕਰਦੇ ਹਾਂ ਉੱਥੇ ਉਹ ਸ਼੍ਰੇਣੀ ਦੀ ਗੱਲ ਤੋਂ ਸਾਨੂੰ ਸੁਣਨੀ ਚਾਹੀਦੀ ਹੈ। ਤੇ ਦੂਜਾ ਹੈ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ। ਇਹ ਮੱਧ ਵੀ ਬੜੀ ਮਹੱਤਵਪੂਰਨ ਮੱਧ ਹੈ। ਅਜਿਹਾ ਕਾਨੂੰਨ ਇਸ ਕਰਕੇ ਮਹੱਤਵਪੂਰਨ ਲੱਗਦਾ ਹੈ ਕਿ ਮਾਪੇ ਸਦਾ ਹੀ ਆਪਣੇ ਬੱਚਿਆਂ ਨੂੰ ਸੁਖੀ ਅਵਸਥਾ ਦੇਖਣਾ ਚਾਹੁੰਦੇ ਨੇ। ਮਾਪੇ ਜਾਣਦੇ ਹਨ ਕਿ ਇਹ ਗੱਲ ਤਾਂ ਹੀ ਸੰਭਵ ਹੈ ਜੇ ਬੱਚਿਆਂ ਦੀ ਜੀਵਨ ਸ਼ੈਲੀ ਇੱਕੋ ਜਿਹੀ ਹੋਏਗੀ।
ਜੀਵਨ ਸ਼ੈਲੀ ਇੱਕੋ ਜਿਹੀ ਹੋਏਗੀ। ਜੀਵਨ ਸਾਥੀ ਦੀਆਂ ਧਾਰਮਿਕ ਭਾਵਨਾ ਨੂੰ ਨਜ਼ਰ ਅੰਦਾਜ਼ ਕਰਕੇ ਚੱਲਣਾ ਬੜਾ ਔਖਾ ਹੁੰਦਾ ਹੈ। ਹੁਣ ਇੱਕ ਸਿੱਖ ਹੋਵੇ ਤੇ ਦੂਜੇ ਗੈਰ ਸਿੱਖ ਹੋਵੇ, ਫਿਰ ਉਹਦੇ ਮੰਦਰ ਦਾ ਵਿਧਾਨ ਹੈ, ਇੱਥੇ ਗੁਰਦੁਆਰੇ ਦਾ ਵਿਧਾਨ ਹੈ, ਉੱਥੇ ਟਿੱਕੇ ਦਾ ਵਿਧਾਨ ਹੈ, ਇੱਥੇ ਕੋਈ ਵਿਧਾਨ ਨਹੀਂ। ਉੱਥੇ ਤਿਉਹਾਰ ਵੱਖਰੇ, ਉਹਨਾਂ ਦੇ ਮਰਿਆਦਾ ਵੱਖਰੀਆਂ, ਉੱਥੇ ਪਲ ਪਲ ਦੇ ਉੱਤੇ ਸਗਨ ਅਪਸ਼ਗਨ ਹੈ, ਸਿੱਖੀ 'ਚ ਕੁਛ ਵੀ ਨਹੀਂ। ਤੇ ਨਿਭੇਗੀ ਕਿਵੇਂ? ਇਹ ਤਾਂ ਖੜਕਾ ਤੜਕੇ ਵਾਲਾ ਕੰਮ ਹੋ ਗਿਆ। ਇਸੇ ਵਾਸਤੇ ਹੀ ਇਹ ਜੀਵਨ ਜਿਹੜਾ ਹੈ, ਜਦੋਂ ਉਹ ਮੁਸ਼ਕਲਾਂ ਤੋਂ ਲੰਘਦਾ ਤਾਂ ਫਿਰ ਬੜਾ ਦੁਖਦਾਈ ਜਿਹਾ ਹੋ ਜਾਂਦਾ। ਇਸ ਕਰਕੇ ਜ਼ਰੂਰੀ ਬਣ ਗਿਆ ਕਿ ਦੋਵੇਂ ਬੱਚੇ ਸਿੱਖੀ ਦੇ ਧਾਰਨੀ ਹੋਣ। ਇਸ ਲਈ ਇਹ ਗੱਲ ਖਿਆਲ ਰੱਖਣੀ ਚਾਹੀਦੀ ਹੈ ਕਿ ਸਾਨੂੰ ਸਿੱਖ ਦਾ ਵਿਆਹ ਜਿਹੜਾ ਹੈ, ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਕਰਨਾ ਚਾਹੀਦਾ ਹੈ। ਅੱਗੇ ਜਾ ਕੇ ਹੋਰ ਬੜਾ ਕੁਛ ਆਏਗਾ। ਤਾਂ ਇਹ ਅਸੀਂ ਗੱਲ ਕਹਿ ਸਕਦੇ ਹਾਂ ਵੀ ਸਿੱਖ ਆਨੰਦ ਕਾਰਜ ਦਾ ਮਤਲਬ ਜੀਵਨ ਦੇ ਮਾਰਗ ਨੂੰ, ਜੀਵਨ ਦੇ ਪੰਥ ਨੂੰ ਬੜੀ ਸਫਲਤਾਪੂਰਵਕ ਅੱਗੇ ਨੂੰ ਤੋਰਨਾ ਹੈ। ਕਲੇਸ਼ ਵਾਲਾ ਮਾਰਗ ਨਹੀਂ। ਜੇ ਕਲੇਸ਼ ਦੇ ਵਿੱਚ ਕਦੀ ਵੀ ਸੁੱਖ ਨਹੀਂ ਹੈ, ਆਨੰਦ ਵੀ ਨਹੀਂ ਆ ਸਕਦਾ। ਜੇ ਵਿਚਾਰ ਨਹੀਂ ਮਿਲਦੇ ਹੋਣਗੇ, ਸੰਸਕਾਰ ਨਹੀਂ ਮਿਲਦੇ ਹੋਣਗੇ, ਵਿਹਾਰ ਨਹੀਂ ਮਿਲਦਾ ਹੋਏਗਾ, ਫਿਰ ਸੁੱਖ ਹੋ ਵੀ ਨਹੀਂ ਸਕਦਾ, ਝਗੜਾ ਖੜਾ ਹੋਏਗਾ। ਇਸੇ ਕਰਕੇ ਮਤ ਜਿਹੜੀ ਪਾਈ ਗਈ, ਕੇਵਲ ਸੰਜੋਗ ਮਾਤਰ ਹੋ ਜਾਣਾ ਆਨੰਦ ਨਹੀਂ ਹੈ। ਜੇਕਰ ਪਤੀ ਪਤਨੀ ਦੇ ਵਿਚਾਰਾਂ ਦੇ, ਜੀਵਨ ਦੇ ਢੰਗ ਨਿਸ਼ਾਨੇ ਵੱਖਰੇ ਵੱਖਰੇ ਹਨ, ਤਾਂ ਪਰਿਵਾਰ ਅਤੇ ਸੰਤਾਨ ਵਿੱਚ ਵੀ ਸਹਿਜਤਾ ਅੱਗੇ ਨਹੀਂ ਆ ਸਕਦੀ। ਕਿਉਂਕਿ ਗੁਰੂ ਸਾਹਿਬ ਜੀ ਦਾ ਬਚਨ ਤੇ ਹੈ, ਧਨ ਫਿਰ ਇਹ ਨਾ ਆਖੀਆਂ ਬਹਿਰੇ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ। ਗੁਰੂ ਅਮਰਦਾਸ ਮਹਾਰਾਜ ਦਾ ਤੇ ਇਹ ਬਚਨ ਹੈ ਵੀ ਇਹ ਸਰੀਰਾਂ ਦਾ ਮੇਲ ਨਹੀਂ ਹੈ, ਇਹ ਆਤਮਾਵਾਂ ਦਾ ਮੇਲ ਹੈ। ਆਤਮਾ ਦਾ ਮੇਲ ਤਾਂ ਹੋਣਾ ਜੇ ਵਿਚਾਰਾਂ ਦਾ ਮੇਲ ਹੈ, ਤੇ ਜੇ ਵਿਚਾਰਾਂ ਦਾ ਮੇਲ ਨਹੀਂ ਤੇ ਆਤਮਾ ਦਾ ਮੇਲ ਨਹੀਂ ਹੋ ਸਕਦਾ। ਇਸ ਕਰਕੇ ਇਹ ਜਿਹੜੀ ਗੱਲ ਜ਼ਰੂਰੀ ਹੈ, ਜਿਹੜੇ ਗੁਰਮਤਿ ਦੇ ਵਿੱਚ 4 ਲਾਵਾਂ ਦਾ ਜਿਹਨੂੰ ਅਸੀਂ ਪਾਠ ਕਹਿ ਦਿੰਦੇ ਹਾਂ, ਸੋਹੀ ਰਾਗ ਦਾ ਜੋ ਸ਼ਬਦ ਹੈ, ਉਹਦੇ ਵਿੱਚ ਵੀ ਜਿਹੜੀ ਅਖੀਰਲੀ ਗੱਲ ਪ੍ਰਵਿਰਤੀ ਕਰਮ ਦਿੜਾਇਆ ਤੋਂ ਸ਼ੁਰੂ ਕਰਕੇ ਨਿਰਮਲ ਮੋਹ ਪਾਇਆ ਤੇ ਉਪਜੈ ਮਨ ਵਿਰਾਗ ਤੇ ਕੱਜ ਜਲ ਕੇ ਹਰ ਪਾਇਆ ਪ੍ਰਭ ਅਬਿਨਾਸ਼ੀ ਤੱਕ ਜਦੋਂ ਪਹੁੰਚਣਾ ਹੈ, ਤਾਂ ਉਹਦੇ ਲਈ ਪਹੁੰਚਣ ਲਈ ਵੀ ਇਹ ਜ਼ਰੂਰੀ ਹੈ ਕਿ ਸਾਡੀ ਇਸ਼ਟ ਉਪਾਸਨਾ ਇੱਕ ਹੋਵੇ ਤੇ ਸਾਡੀ ਆਸ਼ਾ ਵੀ ਜਿਹੜੀ ਹੈ ਉਹ ਇੱਕ ਹੋਵੇ। ਇਹਦੇ ਨਾਲ ਜੇ ਅਸੀਂ ਰਹਿਤਨਾਮੇ ਨੂੰ ਪੜ੍ਹਦੇ ਹਾਂ, ਥੋੜਾ ਜਿਹਾ ਉਹਦਾ ਵਿਚਾਰ ਕਰ ਲਈਏ। ਭਾਈ ਦਿਆਲ ਸਿੰਘ ਦਾ ਰਹਿਤਨਾਮਾ ਜਿਹੜਾ ਹੈ, ਉਹਦੇ ਚ ਇੱਕ ਬੋਲ ਉਹ ਲਿਖਦੇ ਹਨ, ਸਿੱਖੋ ਸਿੱਖ ਪੁੱਤਰੀ ਦਈ ਸੁਦਾ ਸੁਦਾ ਮਿਲ ਜਾਏ, ਦਈ ਭਾਦਨੀ ਕੋ ਸੁਤਾ ਅਹਮੁਖ ਅਮੀ ਚੁਆਏ। ਵੀ ਭਾਦਨੀ ਜਿਹਨੇ ਆਪਣਾ ਬੱਧਣ ਕੀਤਾ, ਭਾਵ ਰੋਡਾ ਮੋਢਾ ਜਾਂ ਦੂਜਾ ਜਿਹਦੇ ਸਿਰ ਤੇ ਵਾਲ ਨਹੀਂ, ਜਿਹੜੇ ਮੁੰਡਨ ਸੰਸਕਾਰ ਵੀ ਕਰਦੇ ਨੇ, ਭਾਦਨੀ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਦੇਈ ਭਾਦਨੀ ਕੋ ਸੁਤਾ, ਕਹਿੰਦੇ ਨੇ ਫਿਰ ਇਹ ਤਾਂ ਹੋ ਗਿਆ ਜਿਵੇਂ ਸੱਪ ਦੇ ਮੂੰਹ ਵਿੱਚ ਜ਼ਹਿਰ ਜਿਹੜੀ ਹੈ ਉਹ ਪਾਉਣ ਵਾਲੀ ਕਹਾਣੀ ਹੈ। ਇਸ ਵਾਸਤੇ ਸਿੱਖ ਦੀ ਪੁੱਤਰੀ ਜਿਹੜੀ ਹੈ ਉਹ ਸਿੱਖ ਨਾਲ ਹੀ ਆਨੰਦ ਕਾਰਜ ਕਰਨ ਦੀ ਗੱਲ ਕੀਤੀ ਗਈ ਹੈ। ਇਹਦੇ ਲਈ ਇੱਕ ਪੰਥ ਤੇ ਇੱਕ ਹਵਾਲਾ ਹੋਰ ਹੈ, ਜਿਹੜੀ ਦ੍ਰਿੜਤਾ ਹੈ ਪੰਥ ਦੀ। 1943 ਵਿੱਚ ਬੀਬੀ ਪ੍ਰੀਤਮ ਕੌਰ ਅਤੇ ਅਨਮਦ ਦੇ ਸੇਠ ਰਾਮ ਕਿਸ਼ਨ ਦਾਲਮੀਆਂ ਦਾ ਵਿਆਹ ਹੋਇਆ। ਪੰਥ ਨੇ ਇਸ ਨੂੰ ਸਪਸ਼ਟ ਤੌਰ ਤੇ ਮਰਿਆਦਾ ਦੀ ਉਲੰਘਣਾ ਕਰਾਰ ਦਿੱਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਸ ਬਾਰੇ ਮਤਾ ਵੀ ਪਾਸ ਹੋਇਆ। ਗਿਆਨੀ ਕਰਤਾਰ ਸਿੰਘ ਦੀ ਤਜਵੀਜ਼ ਦੇ ਉੱਤੇ ਸੁੱਚਾ ਸਿੰਘ ਦੀ ਤਾਇਦ ਕਰਨ ਨਾਲ ਉਹ ਮਤਾ ਜਿਹੜਾ ਸੀ 28 ਨਵੰਬਰ 1943 ਨੂੰ ਮਤਾ ਨੰਬਰ 211 ਜਨਰਲ ਇਜਲਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪਾਸ ਕੀਤਾ ਗਿਆ ਕਿ ਇਹ ਸਮਾਗਮ ਬ੍ਰੈਕਟ ਵਿੱਚ ਲਿਖਿਆ ਹੋਇਆ ਸੇਠ ਦਾਲਮੀਆਂ ਅਤੇ ਬੀਬੀ ਪ੍ਰੀਤਮ ਕੌਰ ਫਿਰੋਜ਼ਪੁਰ ਦੀ ਸ਼ਾਦੀ ਤੇ ਫਿਰ ਸਰਦਾਰ ਗੁਰਬਖਸ਼ ਸਿੰਘ ਵੱਲੋਂ ਸੇਠ ਦਾਲਮੀਆਂ ਨੂੰ ਲੜਕੀਆਂ ਦੇ ਆਸ਼ਰਮ ਦੇ ਇਨਾਮੀ ਜਲਸੇ ਦਾ ਪ੍ਰਧਾਨ ਬਣਾਉਣਾ ਪੰਥ ਦੀ ਅਸਹਿ ਧਾਰਮਿਕ ਹੱਦ ਤੱਕ ਸਮਝਦਾ ਹੈ। ਇਸ ਲਈ ਸਮਾਗਮ ਦੀ ਰਾਏ ਵਿੱਚ ਉਕਤ ਦੋਹਾਂ ਦੀ ਇਸ ਸ਼ਾਦੀ ਦੀ ਸਹਾਇਕ ਬੀਬੀ ਗੁਰਬਖਸ਼ ਕੌਰ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਸਿੱਖ ਕੰਨਿਆ ਮਹਾਵਿਦਿਆਲਿਆ ਫਿਰੋਜ਼ਪੁਰ ਤੋਂ ਅਲੱਗਾ ਕਰ ਦੇਣਾ ਜ਼ਰੂਰੀ ਹੈ। ਇਹ ਮਤਾ ਜਿਹੜਾ ਸੀ ਇਹ ਪਾਸ ਕੀਤਾ ਗਿਆ ਵੀ ਜਿਨ੍ਹਾਂ ਨੇ ਉਹਦੇ ਚ ਹਿੱਸਾ ਵੀ ਪਾਇਆ ਸੀ ਜਾਂ ਰਿਸ਼ਤਾ ਕਰਾਇਆ ਹੋਏਗਾ ਬੀਬੀ ਗੁਰਬਖਸ਼ ਕੌਰ ਨੇ, ਉਹਨਾਂ ਦੇ ਪਰਿਵਾਰ ਨੂੰ ਵੀ
ਜਿਹੜੀ ਸਿੱਖ ਪਹਿਲੀ ਪਾਠਸ਼ਾਲਾ ਸੀ ਬੀਬੀਆਂ ਦੇ ਲਈ ਫਿਰੋਜ਼ਪੁਰ ਦੀ, ਜੋ ਤਖਤ ਸਿੰਘ ਜੀ ਨੇ ਸ਼ੁਰੂ ਕੀਤੀ ਸੀ। ਜਿੰਦਾ ਸ਼ਹੀਦ ਤਖਤ ਸਿੰਘ ਜੀ ਦੇ ਜਿਹੜੇ ਨਾਮ ਆਉਂਦਾ ਹੈ, ਜਿੰਦਾ ਸ਼ਹੀਦ ਦੀ ਪੁਸਤਕ ਵੀ ਸਿੱਖ ਮਿਸ਼ਕਾਲੇ ਨੇ ਛਾਪੀ ਹੋਈ ਹੈ। ਜਿੰਦਾ ਸ਼ਹੀਦ ਭਾਈ ਤਖਤ ਸਿੰਘ ਜੀ, ਜਿਨ੍ਹਾਂ ਨੇ ਲੜਕੀਆਂ ਦੀ ਐਜੂਕੇਸ਼ਨ ਦਾ ਪਹਿਲਾ ਸਕੂਲ ਜਿਹੜਾ ਸੀ ਉਹ ਫਿਰੋਜ਼ਪੁਰ ਵਿੱਚ ਸਿੱਖ ਕੰਨਿਆ ਪਾਠਸ਼ਾਲਾ ਦੇ ਨਾਂ ਤੇ ਖੋਲ੍ਹਿਆ। ਹਾਲਾਂਕਿ ਉਹਨਾਂ ਨੂੰ ਇਹ ਪਾਠਸ਼ਾਲਾ ਦੇ ਲਈ ਮੰਗ ਕੇ ਰੁਪਈਆ ਇਕੱਠਾ ਕਰਨ ਦੇ ਲਈ ਗੁਜ਼ਾਰਾ, ਲੋਕਾਂ ਦੇ ਤਰਲੇ ਵੀ ਕਰਨੇ ਪਏ। ਕਈ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ, ਕਈ ਉਹਨਾਂ ਦੇ ਕਰੈਕਟਰ ਦੇ ਉੱਤੇ ਇਲਜ਼ਾਮ ਲਾਏ ਗਏ, ਕਈ ਕੁਛ ਹੋਇਆ, ਪਰ ਉਸ ਬੰਦੇ ਦੀ ਦ੍ਰਿੜਤਾ ਇੰਨੀ ਸੀ ਕਿ ਉਸਨੇ ਇਸ ਲੜਕੀਆਂ ਦੇ ਐਜੂਕੇਸ਼ਨ ਦਾ ਜਿਹੜਾ ਕੰਮ ਸੀ ਉਹ ਬੰਦ ਨਹੀਂ ਕੀਤਾ ਤੇ ਨਾ ਹੀ ਉਹ ਬੰਦ ਅੱਗੋਂ ਹੋਣ ਦਿੱਤਾ। ਬਿਮਾਰੀ ਦੀ ਹਾਲਤ ਵਿੱਚ ਵੀ ਉਹ ਦਰ ਤੇ ਜਾ ਕੇ ਇਹਦੇ ਲਈ ਚੰਦਾ ਇਕੱਠਾ ਕਰਦੇ ਰਹੇ ਔਰ ਸਿੱਖ ਕੰਨਿਆ ਪਾਠਸ਼ਾਲਾ ਨੂੰ ਚਲਾਉਂਦੇ ਰਹੇ। ਇਹ ਪਹਿਲੀ ਪਾਠਸ਼ਾਲਾ ਹੈ ਜੋ ਸਿੱਖ ਬੀਬੀਆਂ ਦੇ ਲਈ ਇਹ ਐਜੂਕੇਸ਼ਨ ਦੀ ਜਿਹੜੀ ਪਾਠਸ਼ਾਲਾ ਜਾਂ ਸਕੂਲ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਫਿਰੋਜ਼ਪੁਰ ਦੇ ਵਿੱਚ ਬਣੀ ਹੋਈ। ਮੈਂ ਉੱਥੇ ਇੱਕ ਵਾਰੀ ਜਾ ਕੇ ਵੀ ਆਇਆ। ਸਿੱਖ ਕੰਨਿਆ ਪਾਠਸ਼ਾਲਾ ਗੁਰਦੁਆਰਾ ਸਿੰਘ ਫਿਰੋਜ਼ਪੁਰ ਕੈਂਟ ਦੇ ਗੁਰਦੁਆਰਾ ਦੇ ਨਾਲ ਹੀ ਉਹ ਪਾਠਸ਼ਾਲਾ ਜਿਹੜੀ ਹੈ ਉਹ ਹੈ। ਇਹ ਮੈਨੂੰ ਵੀ ਦੇਖਣ ਦਾ ਮੌਕਾ ਮਿਲਿਆ ਹੈ। ਇਹ ਜਿਹੜਾ ਮਤੇ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਸਿੱਖ ਦਾ ਵਿਆਹ ਜਿਹੜਾ ਹੈ ਉਹ ਸਿੱਖ ਦੇ ਨਾਲ ਹੋਣਾ ਹੀ ਸਿੱਖ ਰਹਿਤ ਮਰਿਆਦਾ ਨੇ ਪ੍ਰਵਾਨ ਕੀਤਾ ਹੈ। ਅਗਲੀ ਗੱਲ ਵਿਚਾਰ ਲਈਏ। ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਏ। ਹੁਣ ਸਿੱਖ ਦੇ ਵਿਆਹ ਦੀ ਧਾਰਮਿਕ ਰੀਤੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੱਗੇ ਦੱਸੀ ਜਿਹੜੀ ਮਰਿਆਦਾ ਹੈ ਅੱਗੇ ਆਏਗੀ, ਉਹਦੇ ਅਨੁਸਾਰ ਹੀ ਕਰਨੀ ਪ੍ਰਵਾਨ ਹੈ। ਜਿਹੜੀ ਮਰਿਆਦਾ ਪੂਰੀ ਆ ਰਹੀ ਹੈ ਆਨੰਦ ਕਾਰਜ ਦੀ, ਜਾਂ ਕਿਸੇ ਹੋਰ ਮਤ, ਈਸਾਈ ਮਤ, ਇਸਲਾਮ ਜਾਂ ਹਿੰਦੂ ਮਤ ਅਨੁਸਾਰ ਕਰਨੀ ਕਿਤੇ ਹੀ ਪ੍ਰਵਾਨ ਨਹੀਂ ਕੀਤੀ ਗਈ। ਆਨੰਦ ਕਾਰਜ ਆਪਸੀ ਸਮਝੌਤਾ ਜਾਂ ਸੌਦਾ ਨਹੀਂ ਹੈ। ਫਿਰ ਬੇਨਤੀ ਕਰਦੇ ਹਾਂ ਕਿ ਆਨੰਦ ਕਾਰਜ ਕੋਈ ਆਪਸੀ ਸਮਝੌਤਾ ਜਾਂ ਸੌਦਾ ਨਹੀਂ ਹੈ। ਇਹ ਤਾਂ ਆਪਣੇ ਧਾਰਮਿਕ ਗੁਰੂ ਦੇ ਸਨਮੁਖ ਹਾਜ਼ਰ ਹੋ ਕੇ ਮਨ ਕਰਕੇ, ਬਚਨਾ ਕਰਕੇ, ਜੀਵਨ ਭਰ ਸਾਥ ਨਿਭਾਉਣ ਦਾ ਵਚਨ ਕਰਦਿਆਂ ਗੁਰੂ ਪਿਤਾ ਦੀ ਅਸੀਸ ਲੈਣੀ ਹੈ। ਇਸ ਤੇ ਕੋਈ ਸੌਦਾ ਨਹੀਂ ਹੈ ਵੀ ਟੁੱਟ ਗਿਆ, ਕਰ ਲਿਆ ਤਾਂ ਤੋੜ ਲਿਆ, ਅੱਜ ਹੋਇਆ ਤੇ ਕੱਲ ਖਤਮ ਹੋ ਗਿਆ। ਸੌਦਾ ਨਹੀਂ ਹੈ, ਅੱਜ ਹੋ ਰਿਹਾ ਹੈ, ਪਰ ਸਾਨੂੰ ਜੋ ਮਰਿਆਦਾ ਹੈ ਉਹ ਤੋਂ ਸੁਚੇਤ ਹੋਣਾ ਬੜਾ ਜ਼ਰੂਰੀ ਹੈ। ਇਸ ਲਈ ਸਿੱਖ ਧਰਮ ਵਿੱਚ ਸਿੱਖ ਦਾ ਵਿਆਹ ਕੇਵਲ ਆਨੰਦ ਰੀਤੀ ਨਾਲ ਹੀ ਕਰਨਾ ਪ੍ਰਵਾਨ ਹੈ। ਕ੍ਰਿਸਚੈਨਿਟੀ ਵਿੱਚ ਮੁੰਦਰੀ ਪਾ ਕੇ, ਰਿੰਗ ਸੈਰਾਮਨੀ, ਜਾਂ ਦੂਜੇ ਧਰਮਾਂ ਵਿੱਚ ਜੈਮਾਲਾ ਪਾ ਕੇ ਇਹ ਆਨੰਦ ਸੰਸਕਾਰ ਦਾ ਹਿੱਸਾ ਨਹੀਂ ਹੋ ਸਕਦਾ। ਇਹ ਵੱਡੀ ਕੋਤਾਹੀ ਹੈ, ਸਾਡੀ ਵੱਡੀ ਭੁੱਲ ਹੈ ਜੇ ਅਸੀਂ ਇਹਨੂੰ ਹੀ ਆਨੰਦ ਸੰਸਕਾਰ ਜਿਹੜਾ ਹੈ ਉਹ ਸਮਝ ਲਵਾਂਗੇ। ਸੰਸਾਰ ਨੇ ਵਿਆਹ ਲਈ ਕਈ ਰੀਤਾਂ, ਕਈ ਰਸਮਾਂ ਰਿਵਾਜ, ਜਿਹੜੇ ਢੰਗ ਤਰੀਕੇ ਵਰਤੇ ਹਨ ਇਸ ਵਿਆਹ ਲਈ। ਇਹਨਾਂ ਵਿੱਚ ਨਿਕਾਹ, ਨਿਵਾਹ, ਜੈਮਾਲਾ, ਸਵੰਬਰ, ਰਿੰਗ ਸੈਰੇਮਨੀ ਜਾਂ ਰਸਮ ਰਿੰਗ ਕਹਿ ਲਈਏ। ਇਸ ਤੋਂ ਇਲਾਵਾ ਕੋਰਟ ਵੀ ਜਾ ਕੇ ਐਫੀਡੇਵਿਟ ਦੇਣ ਨਾਲ, ਜਾਂ ਅਦਾਲਤ ਨੂੰ ਜਾ ਕੇ ਪੰਜਾਬੀ ਚ ਕਰੀਏ ਤਾਂ ਹਲਫਨਾਮਾ ਦੇਣ ਨਾਲ ਵੀ ਵਿਆਹ ਜਿਹੜਾ ਹੋ ਜਾਂਦਾ, ਜਿਹਨੂੰ ਕੋਰਟ ਮੈਰਿਜ ਅਸੀਂ ਕਹਿ ਦਿੰਦੇ ਹਾਂ। ਕੋਰਟ ਮੈਰਿਜ ਇਹ ਵੀ ਇੱਕ ਤਰੀਕਾ ਹੈ ਵਿਆਹ ਦਾ। ਹੁਣ ਤਾਂ ਹੋਰ ਵੀ ਅੱਜ ਮੌਜੂਦਾ ਸਮੇਂ ਤਾਂ ਨਿਤ ਨਵੇਂ ਕਈ ਹਾਸੋਹੀਣੇ ਵੀ ਪਰੰਪਰਾਵਾਂ ਜਿਹੜੀਆਂ ਵਿਆਹ ਦੀਆਂ ਸੁਣਨ ਨੂੰ ਮਿਲਦੀਆਂ ਹਨ, ਪਰ ਗੁਰਮਤ ਵਿੱਚ ਕੇਵਲ ਆਨੰਦ ਕਾਰਜ ਦੀ ਵਿਧੀ ਹੀ ਪ੍ਰਵਾਨ ਹੈ। ਆਨੰਦ ਕਾਰਜ ਵੀ ਬੈਠ ਕੇ ਨਹੀਂ ਹੋ ਸਕਦਾ। ਜਿਹੜਾ ਅੱਗੇ ਜਾ ਕੇ ਆਏਗਾ ਉਹਦਾ ਜ਼ਿਕਰ ਅਸੀਂ ਉਦੋਂ ਕਰਾਂਗੇ। ਤਾਂ ਇੱਥੇ ਸਪਸ਼ਟ ਇਹ ਗੱਲ ਹੈ ਕਿ ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਏ। ਜੇ ਸਿੱਖ ਕੌਮ ਹੈ ਤਾਂ ਆਨੰਦ ਕਾਰਜ ਹੀ ਪ੍ਰਵਾਨ ਹੈ। ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵੀ ਵਰਜਿਤ ਹੈ। ਜਦੋਂ ਵਿਦੇਸ਼ੀ ਹਮਲਾਵਰ ਆਉਂਦੇ ਸਨ ਤੇ ਧੱਕੇ ਜੋਰੀ ਦੇ ਨਾਲ ਭਾਰਤੀ ਆਪਣੇ ਬਚਾਅ ਦਾ ਇੱਕ ਅਨੋਖਾ ਜਿਹਾ ਢੰਗ ਇਹਨਾਂ ਨੇ ਅਪਣਾ ਲਿਆ। ਉਹ ਸੀ ਆਪਣੀ ਬੱਚੀਆਂ ਦੇ ਵਿਆਹ ਬਚਪਨ 'ਚ ਕਰਦੇ ਨੇ। ਇਹ ਗੱਲ ਇੱਥੋਂ ਤੱਕ ਵੱਧਦੀ
चलती गई भी एक कहावत चल पई, कुड़ी पेट कणक खेत। कहावत जिहड़ी सी प्रचलित हो गई भी कुड़ी पेट ते कणक खेत। ਇਹ ਕਹਾਵਤ ਪ੍ਰਚਲਿਤ ਹੋ ਗਈ ਵੀ ਜਦੋਂ ਧੀ ਦਾ ਜਨਮ ਹੀ ਨਾ ਹੋਇਆ ਤੇ ਰਿਸ਼ਤਾ ਤੈਅ ਹੋਣ ਲੱਗ ਪਿਆ। ਹਲੇ ਵੀ ਜਨਮ ਤੋਂ ਪਹਿਲਾਂ ਵੀ ਰਿਸ਼ਤੇ ਜਿਹੜੇ ਸੀ ਉਹ ਕਰ ਦਿੱਤੇ ਜਾਂਦੇ ਸੀ। ਇਹ ਕਿਉਂ? ਇਹਦੇ ਨਾਲ ਕੋਈ ਜਾਬਰਾਂ ਦੇ ਹਮਲੇ ਦਾ ਤਾਂ ਇਲਾਜ ਹੋਣਾ ਨਹੀਂ ਸੀ, ਨਾ ਹੀ ਇਹਨੂੰ ਰੋਕਿਆ ਜਾ ਸਕਦਾ ਸੀ। ਆਮ ਤੌਰ ਤੇ ਛੋਟੀ ਉਮਰ ਦੇ ਬੱਚਿਆਂ ਦੀ ਮੌਤ ਦਾ ਕਾਰਨ ਵੀ ਮਾਪਿਆਂ ਵੱਲੋਂ ਧੀਆਂ ਪੁੱਤਰਾਂ ਨੂੰ ਛੋਟੀ ਉਮਰ ਵਿੱਚ ਵਿਆਹ ਕਰ ਦੇਣਾ ਵੀ ਬਣਿਆ, ਮੌਤ ਦਾ ਕਾਰਨ ਵੀ ਬਣ ਜਾਂਦਾ ਸੀ। ਔਰ ਕਈ ਮੁਸੀਬਤਾਂ ਮਾਂ ਪਿਓ ਨੂੰ ਜਿਹੜੀਆਂ ਸਾਹਮਣੇ ਕਰਨੀਆਂ ਪੈਂਦੀਆਂ ਸੀ। ਵਿਆਹ ਵਿੱਚ ਜੀਵਨ ਭਰ ਸਾਥ ਦੀ ਚੋਣ, ਸਾਈਂ ਦੀ ਚੋਣ ਜਾਂ ਪਤੀ ਦੀ ਜਾਂ ਪਤਨੀ ਦੀ ਚੋਣ ਕੋਈ 2-4 ਦਿਨ ਨਹੀਂ ਹੈ, ਇਹ ਤਾਂ ਜੀਵਨ ਭਰ ਲਈ ਹੈ। ਇਹ ਕੋਈ ਗੁੱਡੇ ਗੁੱਡੀ ਦਾ ਖੇਡ ਤਾਂ ਹੈ ਨਹੀਂ, ਗੁੱਡੇ ਗੁੱਡੀਆਂ ਬਣੀਆਂ ਫਿਰ ਹਟਾਤੀਆਂ। ਇਹ ਗੁੱਡੇ ਗੁੱਡੀ ਦਾ ਖੇਡ ਨਹੀਂ ਹੈ ਵਿਆਹ ਆਨੰਦ ਕਾਰਜ। ਇਸ ਲਈ ਛੋਟੀ ਉਮਰ ਵਿੱਚ ਜਾਂ ਕੱਚੀ ਉਮਰ ਵਿੱਚ ਵਿਆਹ ਕਰਨਾ ਅਯੋਗ ਕਰਾਰ ਦਿੱਤਾ ਗਿਆ ਸਿੱਖ ਰਹਿ ਮਰਿਆਦਾ ਵਿੱਚ। ਇਹਦੇ 'ਚ ਲਿਖਿਆ ਹੋਇਆ ਹੈ ਵੀ ਜਦੋਂ ਸਰੀਰ ਕਰਕੇ, ਮਨ ਕਰਕੇ, ਕਰਮ ਕਰਕੇ ਬੱਚਾ ਬੱਚੀ ਯੋਗ ਹੋ ਜਾਣ ਤਾਂ ਉਦੋਂ ਉਹਨਾਂ ਦਾ ਆਨੰਦ ਕਾਰਜ ਹੋਣਾ ਚਾਹੀਦਾ ਹੈ। ਅੱਗੇ ਜਾ ਕੇ ਉਹ ਜ਼ਿਕਰ ਆਏਗਾ। ਛੋਟੀ ਹੁਣ ਅੱਜ ਕੱਲ੍ਹ ਤਾਂ ਹੁਣ ਛੋਟੀ ਉਮਰ ਵਿੱਚ ਬੱਚਿਆਂ ਦੇ ਵਿਆਹ ਕਰਨੇ ਦਾ ਕਾਨੂੰਨੀ ਅਪਰਾਧ ਵੀ ਮੰਨਿਆ ਗਿਆ ਹੈ, ਉਹਨੂੰ ਸਜ਼ਾ ਹੋ ਸਕਦੀ ਹੈ ਜਿਹੜਾ ਛੋਟੀ ਉਮਰ ਦੇ ਵਿੱਚ ਬੱਚੇ ਬੱਚੀਆਂ ਦੇ ਵਿਆਹ ਕਰ ਦਿੰਦਾ। ਜਿਹਨੂੰ ਅਸੀਂ ਕਹਿੰਦੇ ਹਾਂ ਨਾਬਾਲਗ ਨਹੀਂ ਹੋਏ, ਮੇਜਰ ਨਹੀਂ ਹੋਏ, ਅਜੇ ਉਹਨਾਂ ਦੇ ਵਿਆਹ ਕਰ ਦੇਣੇ ਕਾਨੂੰਨੀ। 18 ਸਾਲ ਤੋਂ ਘੱਟ ਲੜਕੀ, 21 ਸਾਲ ਤੋਂ ਘੱਟ ਲੜਕੇ ਦਾ ਜਿਹੜਾ ਵਿਆਹ ਕਰਨਾ ਕਾਨੂੰਨੀ ਤੌਰ ਤੇ ਉਹਨੂੰ ਮਾਨਤਾ ਨਹੀਂ ਮਿਲਦੀ। ਇਸ ਕਰਕੇ ਇਹ ਪੰਥ ਨੇ ਫੈਸਲਾ ਕੀਤਾ ਵੀ ਲੜਕੇ ਲੜਕੀ ਦਾ ਵਿਆਹ ਬਚਪਨ ਵਿੱਚ ਕਰਨਾ ਜਿਹੜਾ ਵਿਵਰਜਿਤ ਹੈ। ਜਦ ਲੜਕੀ ਸਰੀਰ, ਮਨ ਤੇ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਾਂ ਕਿਸੇ ਯੋਗ ਸਿੱਖ ਨਾਲ ਆਨੰਦ ਪੜ੍ਹਾਇਆ ਜਾਵੇ। ਹੁਣ ਯੋਗ ਸਿੱਖ ਦੀ ਚੋਣ ਕਰਨ ਲੱਗਿਆ ਗੁਣ ਦੇਖਣ ਦੀ ਗੱਲ ਹੈ, ਪੈਸਾ ਦੌਲਤ ਦੇਖਣ ਦੀ ਗੱਲ ਨਹੀਂ ਹੈ। ਇਹ ਬੜੀ ਵਧੀਆ ਉਦਾਹਰਨ ਸਾਡੇ ਕੋਲ ਸਿੱਖ ਇਤਿਹਾਸ ਵਿੱਚ ਹੈ। ਲਾਹੌਰ ਦੀਆਂ ਗਲੀਆਂ ਵਿੱਚ ਰੁਲਣ ਵਾਲਾ ਯਤੀਮ ਬੱਚਾ ਜਿਹੜਾ ਲਾਹੌਰ ਦੀਆਂ ਗਲੀਆਂ ਵਿੱਚ ਰੁਲ ਰਿਹਾ, ਜਿਹਨੂੰ ਸਾਂਭਣ ਵਾਲਾ ਕੋਈ ਨਹੀਂ, ਸਿਰ ਤੋਂ ਮਾਂ ਬਾਪ ਦਾ ਸਾਇਆ ਉੱਠ ਗਿਆ। ਸ਼ਰੀਕਾਂ ਨੇ ਮਿਹਣੇ ਦੇ ਦੇ ਕੇ ਉਹਨੂੰ ਹੋਰ ਮਨੋਬਲ ਨੂੰ ਕਮਜ਼ੋਰ ਕਰ ਦਿੱਤਾ। ਇੱਕ ਨਾਨੀ ਬਚੀ, ਬੁੱਢੜੀ ਨਾਨੀ ਬਾਸਰਕੇ ਦੀ ਰਹਿਣ ਵਾਲੀ, ਉਹ ਉਹਨਾਂ ਨੂੰ ਬੱਚੇ ਨੂੰ ਪਿੰਡ ਲੈ ਆਈ। ਇਹ ਬੱਚੇ ਦਾ ਨਾਮ ਭਾਈ ਜੇਠਾ ਕਰਕੇ ਆਉਂਦਾ। ਜੇਠੇ ਦੀ ਬਾਬਾ ਅਮਰਦਾਸ ਦੀ ਮੁਲਾਕਾਤ ਉਦੋਂ ਹੋਈ ਜਦੋਂ ਪਹਿਲੀ ਵਾਰੀ ਬਾਬਾ ਅਮਰਦਾਸ, ਜਿਵੇਂ ਆਮ ਰਵਾਇਤ ਹੁੰਦੀ ਹੈ ਵੀ ਜਦੋਂ ਕੋਈ ਇਹੋ ਜਿਹਾ ਕਾਂਡ ਵਰਤਦਾ ਹੈ ਤਾਂ ਉਹਨਾਂ ਦੇ ਘਰ 'ਚ ਜਾ ਕੇ ਅਸੀਂ ਵੀ ਕਈ ਵਾਰੀ ਲਫ਼ਜ਼ਾਂ 'ਚ ਕਹਿ ਲਈਏ ਵੀ ਹਮਦਰਦੀ ਪ੍ਰਗਟ ਕਰਨ ਲਈ ਜਾਣਾ ਹੁੰਦਾ ਹੈ। ਬਾਬਾ ਅਮਰਦਾਸ ਜੀ ਉਹਨਾਂ ਦੇ ਘਰ, ਨਾਨੀ ਦੇ ਘਰ ਗਏ। ਉੱਥੇ ਭਾਈ ਜੇਠੇ ਨਾਲ ਮਿਲਾਪ ਹੋ ਜਾਂਦਾ। ਜੇਠੇ ਦੀ ਗੁਣਾਂ ਨੂੰ ਵੇਖ ਕੇ ਭਾਈ ਅਮਰਦਾਸ, ਬਾਬਾ ਅਮਰਦਾਸ ਜੀ ਦੀ, ਉਹ ਵੀ ਉਹਦੇ ਗੁਰੂ ਨਹੀਂ ਬਣੇ, ਬਾਸਰਕੇ ਦੀ ਗੱਲ ਕਰਦੇ। ਬਾਬਾ ਅਮਰਦਾਸ ਜੀ ਦੀ ਨੇੜਤਾ ਜੇਠੇ ਨਾਲ। ਜਦੋਂ ਬਾਬਾ ਅਮਰਦਾਸ ਜੀ ਦਾ ਮਿਲਾਪ ਗੁਰੂ ਅੰਗਦ ਦੇਵ ਮਹਾਰਾਜ ਦੇ ਨਾਲ ਹੁੰਦਾ ਹੈ, ਜਦੋਂ ਉਹਨਾਂ ਨੇ ਸ਼ਬਦ ਸੁਣਿਆ ਬੀਬੀ ਅਮਰੋ ਪਾਸੋਂ, ਇਤਿਹਾਸਿਕ ਗਵਾਹੀ ਹੈ ਵੀ ਉਹ ਸ਼ਬਦ ਸੁਣਿਆ, ਕਰਨੀ ਕਾਗਦ ਮਨ ਮਸਮਾਣੀ ਬੁਰਾ ਭਲਾ ਦੋਇ ਲੇਖ। ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਕੋਲ ਆਏ ਤੇ ਜਦੋਂ ਪੱਕੇ ਹੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ 'ਚ ਰਹਿਣ ਦਾ ਮਨ ਬਣਾ ਲਿਆ ਤੇ ਜੇਠੇ ਨੂੰ ਵੀ ਨਾਲ ਖਡੂਰ ਸਾਹਿਬ ਲੈ ਆਏ। ਭਾਈ ਜੇਠਾ ਉੱਥੋਂ ਹੀ ਘੁੰਗਣੀਆਂ ਵੇਚਣ ਦਾ ਕੰਮ ਜਿਹੜਾ ਸੀ ਬਾਸਰਕੇ ਤੋਂ ਸ਼ੁਰੂ ਕੀਤਾ ਸੀ, ਕਿਉਂਕਿ ਪਰਿਵਾਰ, ਨਾਨੀ ਵਿਚਾਰੀ ਗਰੀਬੜੀ ਸੀ, ਪਰਿਵਾਰ ਦਾ ਪੇਟ ਭਰਨ ਦੇ ਲਈ ਘੁੰਗਣੀਆਂ ਵੇਚਦੇ ਸਨ ਤੇ ਘੁੰਗਣੀਆਂ ਵੇਚਦੇ ਵੇਚਦੇ ਹੀ ਭਾਈ ਜੇਠਾ ਖਡੂਰ ਸਾਹਿਬ ਆ ਗਏ। ਜਦੋਂ ਗੁਰੂ ਅੰਗਦ ਦੇਵ ਜੀ ਨੇ ਆਪਣਾ ਜਾਨਸ਼ੀਨ, ਆਪਣੀ ਜੋਤ
ਬਾਬਾ ਅਮਰਦਾਸ ਵੀ ਰੱਖ ਕੇ ਗੁਰੂ ਅਮਰਦਾਸ ਬਣਾ ਦਿੱਤਾ ਤੇ ਭਾਈ ਜੇਠਾ ਉਹਨਾਂ ਦੇ ਨਾਲ ਗੋਇੰਦਵਾਲ ਸਾਹਿਬ ਆ। ਉਹੀ ਭਾਈ ਜੇਠਾ ਹੈ ਜਿਸ ਨੂੰ ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਜੀ ਨੇ ਜੋਗ ਸਮਝ ਕੇ ਆਪਣੀ ਬੱਚੀ ਬੀਬੀ ਭਾਨੀ ਦਾ ਰਿਸ਼ਤਾ ਉਹਨਾਂ ਦੇ ਨਾਲ ਵਿਆਹ ਕੀਤਾ। ਰਿਸ਼ਤਾ ਨਹੀਂ ਕੀਤਾ, ਵਿਆਹ ਵੀ ਕੀਤਾ। ਜਾਂ ਇਹ ਅਸੀਂ ਕਹਿ ਸਕਦੇ ਹਾਂ ਕਿ ਬਾਬਾ ਗੁਰੂ ਅਮਰਦਾਸ ਮਹਾਰਾਜ ਦੀ ਇਹ ਚੋਣ ਸਾਡੇ ਲਈ ਇੱਕ ਰੋਸ਼ਨ, ਇੱਕ ਮਾਰਗਦਰਸ਼ਨ ਹੈ ਕਿ ਉਹਨਾਂ ਨੇ ਗੁਣਾਂ ਦੇ ਇੱਕ ਯਤੀਮ ਬੱਚਾ, ਪੈਸਾ ਕੋਈ ਕੋਲ ਨਹੀਂ, ਅਮੀਰੀ ਕੋਈ ਨਹੀਂ, ਕਿ ਉਹਦੇ ਕੋਲ ਕੋਈ ਸਾਧਨ ਐਸਟ ਨਹੀਂ ਹੈਗੇ, ਕੋਠੀਆਂ ਘਰ ਦੇ ਮਕਾਨ ਨਹੀਂ ਹੈਗੇ, ਲਾਹੌਰ ਦੀਆਂ ਗਲੀਆਂ 'ਚ ਰੁਲਣ ਵਾਲਾ ਯਤੀਮ ਬੱਚਾ ਸੀ, ਲੇਕਿਨ ਗੁਣਾਂ ਦੀ ਗੁਠਲੀ ਸੀ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਆਨੰਦ ਕਾਰਜ ਦੀ ਚੋਣ ਲਈ ਇਹ ਬੜਾ ਹੀ ਵਧੀਆ ਢੰਗ ਸਿਰ ਉਦਾਹਰਨ ਦੇ ਤੌਰ ਤੇ ਸਾਡੇ ਅੱਗੇ ਪੇਸ਼ ਕੀਤਾ। ਤੋ ਇਹਦੇ 'ਚ ਬੜੀ ਸਪਸ਼ਟ ਜੀ ਗੱਲ ਹੈ ਜਿਹੜੀ ਸਾਨੂੰ ਮਿਲਦੀ ਹੈ ਵੀ ਲੜਕੀ ਦੀ ਯੋਗਤਾ ਕਈ ਵਾਰੀ ਸਥਾਨਕ ਪੌਣ ਪਾਣੀ ਦੀ ਗੱਲ ਕਰ ਲਈਏ, ਖੁਰਾਕ ਦੀ ਗੱਲ ਕਰ ਲਈਏ, ਸਰੀਰਕ ਵਾਧੇ ਦੀ ਗੱਲ ਕਰ ਲਈਏ, ਉਹਦੇ 'ਚ ਬੜੀ ਸਪਸ਼ਟ ਗੱਲ ਇਹ ਹੈ ਵੀ ਜਦੋਂ ਆਚਾਰ ਪੱਖੋਂ, ਮਨ ਤੇ ਆਚਾਰ ਪੱਖੋਂ ਜਿਹੜੀ ਗੱਲ ਇੱਥੇ ਲਿਖੀ ਹੋਈ ਹੈ ਇਹ ਬੜੀ ਜ਼ਰੂਰੀ ਹੈ। ਮਨ ਤੇ ਆਚਾਰ ਕਰਕੇ ਜਦੋਂ ਉਹ ਜ਼ਿੰਮੇਵਾਰੀ ਦਾ ਭਾਰ ਸਾਂਭਣ ਦੇ ਯੋਗ ਹੋ ਜਾਏ, ਜਦ ਤੱਕ ਬੱਚਾ ਮਨ ਕਰਕੇ ਤਿਆਰ ਨਹੀਂ, ਤਦ ਤੱਕ ਗ੍ਰਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਤੇ ਨਿਭਾਉਣਾ ਬੜਾ ਔਖਾ ਹੈ, ਬੜਾ ਔਖੀ ਘੜੀ ਹੈ। ਮਾਨਸਿਕ ਤੌਰ ਤੇ ਬੱਚੇ ਨੂੰ ਤਿਆਰ ਕਰਨਾ ਇਹ ਮਾਪਿਆਂ ਦਾ ਫਰਜ਼ ਹੁੰਦਾ ਹੈ। ਇਸ ਪ੍ਰਕਾਰ ਇਸੇ ਢੰਗ ਨਾਲ ਹੀ ਜੇ ਗ੍ਰਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਤਾਂ ਹੀ ਖੂਬਸੂਰਤੀ ਦੇ ਨਾਲ ਨਿਭਾਈਆਂ ਜਾ ਸਕਦੀਆਂ ਹਨ ਜੇ ਲੜਕੀ ਘਰੇਲੂ ਕੰਮਕਾਜ ਦੇ ਵਿੱਚ ਨਿਪੁੰਨ ਹੋਵੇ, ਬੱਚਿਆਂ ਦੀ ਸੰਭਾਲ, ਬਜ਼ੁਰਗਾਂ ਦੀ ਸੰਭਾਲ, ਜਾਂ ਸੰਭਾਲ ਦਾ ਮਤਲਬ ਉਹਨਾਂ ਦੇ ਸਤਿਕਾਰ, ਉਹਨਾਂ ਦਾ ਸਨਮਾਨ, ਤੇ ਲੋੜ ਪੈਣ ਤੇ ਪਤੀ ਨਾਲ ਕਾਰੋਬਾਰ ਵਿੱਚ ਵੀ ਹੱਥ ਵਟਾਵੇ, ਇਹ ਸਾਰੀ ਨਿਪੁੰਨਤਾ ਹਾਸਲ ਹੋਵੇ। ਲੜਕੀ ਦੀ ਇਹ ਯੋਗਤਾ ਹੈ। ਇਹ ਅਜਿਹੀ ਲੜਕੀ ਹੀ ਅਸਲ ਵਿੱਚ ਫਿਰ ਗ੍ਰਸਤੀ ਜੀਵਨ ਨੂੰ ਸੁਖੀ ਬਣਾ ਸਕਦੀ ਹੈ। ਇੰਨੇ ਗੁਣ ਹੋਣੇ ਜ਼ਰੂਰੀ ਨੇ ਸਾਡੇ ਬੱਚਿਆਂ ਦੇ ਵਿੱਚ, ਜਿਹੜੇ ਸਾਨੂੰ ਖਿਆਲ ਰੱਖਣ ਦੀ ਲੋੜ ਹੈ। ਦੂਜੇ ਪਾਸੇ ਲੜਕਾ ਸਿੱਖੀ ਗੁਣਾਂ ਦਾ ਧਾਰਨੀ ਹੋਵੇ, ਕਾਰੋਬਾਰ ਕਮਾਈ ਦਾ ਸਾਧਨ ਹੋਵੇ, ਪਰਿਵਾਰ ਪਾਲਣ ਜੋਗੇ ਉਹਦੇ ਕੋਲ ਸਾਧਨ ਹੋਣ, ਇਹਨੂੰ ਆਚਾਰ ਕਰਕੇ ਕਿਹਾ ਜਾਂਦਾ ਹੈ। ਮਨ ਤੇ ਆਚਾਰ ਕਰਕੇ ਦਾ ਮਤਲਬ ਇਹ ਹੈ। ਸਭ ਗੁਣਾਂ ਤੋਂ ਸ੍ਰੇਸ਼ਟ ਗੁਣ ਜਿਹੜੇ ਨੇ ਬੱਚਿਆਂ ਨੂੰ ਧਾਰਮਿਕ ਐਜੂਕੇਸ਼ਨ ਦੇਣੀ ਹੈ। ਧਰਮੀ ਬੱਚੇ ਜਿਹੜੇ ਨੇ ਆਪਣੇ ਸੰਤਾਨ ਨੂੰ ਧਰਮ ਸਿਖਾ ਸਕਦੇ ਹਨ, ਆਪਣੀ ਔਲਾਦ ਨੂੰ ਧਰਮ ਸਿਖਾ ਸਕਦੇ ਹਨ। ਤਾਂ ਸਿੱਖ ਲੜਕੀ ਪਾਸ ਕੇਵਲ ਮਾਂ ਬਣਨ ਦੀ ਯੋਗਤਾ ਪੂਰਨ ਨਹੀਂ ਹੈ, ਉਸਦੀ ਪੂਰਨ ਯੋਗਤਾ ਇਹ ਹੈ ਕਿ ਉਹ ਸਿੱਖ ਮਾਂ ਬਣੇ, ਕੇਵਲ ਮਾਂ ਨਾ ਬਣੇ, ਸਿੱਖ ਮਾਂ ਬਣੇ। ਇਸ ਕਰਕੇ ਆਚਾਰ ਤੇ ਮਨ ਕਰਕੇ ਦੀ ਗੱਲ ਲਿਖੀ ਗਈ ਹੈ। ਸੋ ਜਦ ਤੱਕ ਲੜਕੀ ਸਿੱਖ ਆਚਾਰ ਵਿਹਾਰ ਵਾਲੀ ਨਹੀਂ ਹੁੰਦੀ, ਭਾਵ ਉਹਨੂੰ ਗ੍ਰਸਥ ਜੀਵਨ ਦੇ ਧਰਮ ਦੀ ਲੋੜ ਦਾ ਪੂਰਾ ਗਿਆਨ ਨਹੀਂ ਹੁੰਦਾ, ਉਦੋਂ ਤੱਕ ਇਹ ਕਿਰਦਾਰ ਨਿਭਾ ਸਕਣਾ ਸੰਭਵ ਨਹੀਂ ਹੈ। ਇਹਦੇ ਬਾਰੇ ਗੁਰਬਾਣੀ ਦੇ ਵਿੱਚ ਵੀ ਜਿਹੜਾ ਪ੍ਰਮਾਣ ਆਉਂਦੇ ਨੇ, ਕੱਢ ਕਸੀਦਾ ਪਹਿਰੇ ਚੋਲੀ ਤਾਂ ਤੁਮ ਜਾਣੋ ਨਾਰੀ, ਜੇ ਘਰ ਰੱਖੇ ਬੁਰਾ ਨਾ ਚਾਖੇ ਹੋਵੇ ਕੰਤ ਪਿਆਰੀ। ਤਾਂ ਕੁਛ ਹੋਰ ਵੀ ਉਦਾਹਰਨਾਂ ਬੜੀਆਂ ਨੇ, ਕਿੰਨੇ 32 ਸੁਲੱਖਣੀ ਨੇ ਇਹ ਗੱਲਾਂ ਕੀਤੀਆਂ ਜਿਹੜੀਆਂ ਗੁਰਬਾਣੀ ਵਿੱਚ ਉਹਦੇ ਜ਼ਿਕਰ ਆਉਂਦੇ ਨੇ। ਇੱਥੇ ਦੋਨਾਂ ਦੀ ਯੋਗਤਾ ਹੈ, ਕਿਉਂਕਿ ਇੱਥੇ ਸਿਰਫ ਲੜਕੀ ਇਸ ਕਰਕੇ ਲਿਖਿਆ ਕਿਉਂਕਿ ਲੜਕੀਆਂ ਨੂੰ ਪਹਿਲਾਂ ਹੀ ਵਿਆਹ ਦਿੱਤਾ ਜਾਂਦਾ ਸੀ ਛੋਟੀ ਉਮਰ ਦੇ ਵਿੱਚ, ਤਾਂ ਉਹਨੂੰ ਪੰਥ ਨੇ ਇਹ ਸ਼ਰਤ ਜਿਹੜੀ ਸੀ ਉਸ ਢੰਗ ਨਾਲ ਲਿਖ ਦਿੱਤੀ ਵੀ ਮਨ ਕਰਕੇ, ਆਚਾਰ ਕਰਕੇ, ਵਿਹਾਰ ਕਰਕੇ ਜਦੋਂ ਲੜਕੀ ਇਸ ਯੋਗ ਹੋ ਜਾਏ ਤਾਂ ਕਿਸੇ ਯੋਗ ਸਿੱਖ ਨਾਲ, ਹੁਣ ਯੋਗ ਸਿੱਖ ਦਾ ਮਤਲਬ ਇਹ ਨਹੀਂ ਵੀ ਉਹ ਕੇਵਲ ਪੈਸੇ ਪੱਖੋਂ ਹੀ ਯੋਗ ਹੋਵੇ, ਅਮੀਰੀ ਉਹਦੇ ਕੋਲ ਹੋਵੇ, ਕਾਰਾਂ ਉਹਦੇ ਕੋਲ ਹੋਣ, ਸਭ ਕੁਝ ਹੋਵੇ, ਪਰ ਨਾਲ ਸਿੱਖੀ ਦੀ ਦਾਤ ਜ਼ਰੂਰ ਹੋਵੇ। ਇਹ ਬੇਨਤੀ ਹੈ ਜੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਕੀਤੀ ਗਈ ਹੈ। ਤਾਂ ਅੱਜ ਅਸੀਂ 5 ਮੱਦਾਂ ਜੋ ਸਿੱਖ ਆਨੰਦਿਕ ਸੰਸਕਾਰ ਦੀਆਂ ਹਨ ਉਹਨਾਂ ਦੀ ਵਿਚਾਰ ਕੀਤੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ। ਬਾਕੀ ਅਸੀਂ ਅਗਲੇ ਹਫ਼ਤੇ ਅਗਲੀਆਂ ਵਿਚਾਰਾਂ ਕਰਾਂਗੇ।
ਸਾਰਿਆਂ ਨੂੰ ਬੇਨਤੀ ਹੈ ਪਿਆਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ